विघ्नन के नाशक विघ्नन के नाशक श्री हर गोबिंद सुख समत प्रकाशक गुरु हरि राय नमो कर जोरी नमो कर जोरी श्री हरि कृष्ण मनाए बहोरी गुरु तेग बहादुर परम कृपाला परम कृपाला श्री गुरु गोबिंद सिंह विसाला तरों तरा पर पुन पुन सीसा पुन पुन सीसा बंदों वार वार जगदीसा जिसमें है अमृत ज्ञान है मानक भगत बैराग श्री गुरु ग्रंथ साहिब उदद बंदों कर अनुराग श्री गुर शब्द कमाए जिन जीते पंच विकार तिन संतन को बंदना सिर चरणन पर तार एकंकार सतगुरु ते प्रसाद सच होए वाहिगुरु जी की फतह विघ्न विनाशन सोए वाहिगुरु जी की फतह विघ्न विनाशन सोए सतनाम श्री वाहिगुरु जी दोहरा रहे ग्राम तम तान टिग नित अखीर बृत जाए करत निहाल अनेक को आवे नर समुदाय रहे ग्राम तम तान टिग वाहिगुरु जी का खालसा वाहिगुरु जी की फतेह। हजूरे अनवर बालिए कुले आलम सरबरे कायनात सर्वशक्तिमान गुरता गद्दी पर सबाईमान सतगुरु धन 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 साहिब श्री गुरु ग्रंथ साहिब जी महाराज गरीब निवाज के जाहर जहूर हैं के हाजिर हजूर हैं तू वरना चिहना बाहरा हर दिसै हाजिर जाहरा हजूर सच्चे पातशाह महाराज साहिब जी की
ਪਾਵਨ ਹਜ਼ੂਰੀ ਅੰਦਰ ਸਬਾਈਮਾਨ ਗੁਰੂ ਭਗਤੀ ਦਾ ਆਤਮ ਰਸ ਮਾਨ ਰਹੀ। ਸਤਿਕਾਰਤ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਇਹ ਬਿਧ ਤਿਸੈ ਪ੍ਰਾਪਤੇ ਜਾ ਕੈ ਮਸਤਕ ਭਾਗਣਾ। ਆਪ ਸਭਨਾਂ ਦੇ ਸ੍ਰੇਸ਼ਟ ਉੱਤਮ ਭਾਗ ਹਨ, ਜੋ ਕਿ ਖਾਲਸਾ ਪੰਥ ਦੇ ਤੀਸਰੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਚੋਜੀ ਪ੍ਰੀਤਮ ਸਾਹਿਬੇ ਕਮਾਲ ਖੜਗਧਾਰੀ ਬਲਧਾਰੀ ਮਿਰਗਧਾਰੀ ਸਤਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨ ਕਮਲ ਛੋਹ ਅਸਥਾਨ 'ਤੇ ਮਨ ਤਨ ਕਰਕੇ ਪਹੁੰਚ ਕਰਕੇ ਗੁਰੂ ਸੰਗਤ ਵਿੱਚ ਬੈਠ ਕਰਕੇ ਗੁਰੂ ਕੀਰਤੀ ਸੁਣਨ ਦਾ ਉੱਤਮ ਸਮਾਂ ਪ੍ਰਾਪਤ ਹੋਇਆ ਹੈ। ਇਹ ਉਹ ਪਾਵਨ ਸਥਾਨ ਹੈ ਜਿੱਥੇ ਮਹਾਰਾਜ ਜੀ ਨੇ ਆਪਣੇ ਪਿਆਰੇ ਪੰਥ ਨੂੰ, ਸਿੱਖ ਪੰਥ ਨੂੰ ਸਾਜ ਕਰਕੇ ਖਾਲਸਾ ਹੋਣ ਦਾ ਵਰ ਦਿੱਤਾ ਔਰ ਵਡਿਆਈ ਦਿੱਤੀ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਉ ਕਰਉ ਨਿਵਾਸ। ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇ ਹਉ ਸਦ ਸਦ ਸੰਗਾ। ਇਸੇ ਹੀ ਜਗ੍ਹਾ ਤੇ ਉਸ ਮਹਾਨ ਸੂਰਬੀਰ ਤਤ ਬੇਤੇ ਨੇ ਅੰਮ੍ਰਿਤ ਪੌਲ ਖੰਡੇ ਬਾਟੇ ਦੀ ਪ੍ਰਾਪਤ ਕੀਰਤੀ। ਜਿਸ ਮਹਾਂਪੁਰਖ ਦਾ ਅੱਜ ਜਨਮ ਦਿਹਾੜਾ ਹੈ, ਸੂਰਬੀਰ ਬਚਨ ਕੇ ਬਲੀ, ਸੂਰਬੀਰ ਧੀਰਜ ਮਤ ਪੂਰਾ, ਸਹਿਜ ਸਮਾਦ ਧੁਨ ਗਹਿਰ ਗੰਭੀਰਾ। ਸਦਾ ਮੁਕਤ ਤਾਕੈ ਪੂਰਨ ਕਾਮ, ਜਾ ਕੈ ਹਿਰਦੈ ਵਸੈ ਹਰਿ ਨਾਮ। ਤੋ ਸੰਤ ਸਿਪਾਹੀ ਮਹਾਂਪੁਰਖ ਸਿਰਲੱਥ ਪੰਥ ਦੇ ਯੋਧੇ, ਦਮਦਮੀ ਟਕਸਾਲ ਦੇ ਸਿਰਮੌਰ ਜਥੇਦਾਰ, ਧੰਨ 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 ਬਾਬਾ ਦੀਪ ਸਿੰਘ ਜੀ ਮਹਾਂਪੁਰਖ, ਆਪ ਸਰਬੱਤ ਗੁਰੂ ਪਿਆਰੀਆਂ ਸੰਗਤਾਂ ਨੂੰ ਉਸ ਮਹਾਨ ਮਹਾਂਪੁਰਖ ਦੇ ਜਨਮ ਦਿਨ ਦੀਆਂ ਕੋਟਾਨ ਕੋਟ ਰੋਮਾਨ ਰੋਮ ਸਵਾਸ ਗਿਰਾਸ ਵਧਾਈਆਂ ਹੋਵਣ ਜੀ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕਉ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਐਸੇ ਮਹਾਂਪੁਰਖਾਂ ਦਾ ਸੰਸਾਰ ਵਿੱਚ ਜਨਮ ਲੈਣਾ ਵੀ ਧਨ ਹੈ, ਸੰਸਾਰ ਵਿੱਚ ਰਹਿਣਾ ਵੀ ਧਨ ਹੈ, ਤੇ ਸੰਸਾਰ ਤੋਂ ਸਰੀਰ ਕਰਕੇ ਜਾਣਾ ਵੀ ਗੁਰਮੁਖੋ ਧਨਤਾ ਦੇ ਯੋਗ ਹੈ। ਹਜ਼ੂਰ ਦੇ ਪਾਵਨ ਸਾਧ ਸੰਗਤ ਜੀ, ਅੰਮ੍ਰਿਤ ਬਾਣੀ ਦੇ ਵਿੱਚ ਬਚਨ ਹਨ। ਆਠ ਪਹਿਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਾਨੈ, ਏਕ ਨਾਮ ਸੰਤਨ ਆਧਾਰ, ਹੋਏ ਰਹਿ ਸਭ ਕੀ ਪਗ ਛਾਰ। ਸੰਤ ਰਹਿਤ ਸੁਨਹੁ ਮੇਰੇ ਭਾਈ, ਉਵਾ ਕੀ ਮਹਿਮਾ ਕਥਨ ਨਾ ਜਾਈ। ਸੰਤ ਬਾਨਾ ਸੈਦ ਉਨਾ ਕਠਨ ਨਹੀਂ, ਜਿਤਨਾ ਸੰਤ ਸਿਪਾਹੀ ਬਣਨਾ ਕਠਨ ਹੈ।
ਬਾਬਾ ਦੀਪ ਸਿੰਘ ਜੀ ਪੂਰੇ ਸੰਤ ਤੇ ਪੂਰੇ ਹੀ ਸਿਪਾਹੀ ਵੀਰ ਯੋਧੇ, ਹਰ ਗੁਣ ਵਿੱਚ ਭਰਪੂਰ ਸਾਧ ਸੰਗਤ ਜੀ। ਸਭ ਗੁਣ ਕਿਸ ਹੀ ਨਾਹੇ, ਹਰ ਪੂਰ ਭੰਡਾਰੀ ਹੈ। ਦੇਖੋ ਤੁਲਸੀ ਕਵੀ ਨੇ ਕਿਹਾ ਹੈ ਕਿ ਮਾਂ ਨੂੰ ਇਸ ਤਰ੍ਹਾਂ ਦਾ ਪੁੱਤਰ ਜਨਮਣਾ ਚਾਹੀਦਾ ਹੈ ਜਿਹਦੇ ਵਿੱਚ ਇਹਨਾਂ 4 ਗੁਣਾਂ ਵਿੱਚੋਂ ਘੱਟੋ ਘੱਟ ਇੱਕ ਗੁਣ ਤਾਂ ਹੋਵੇ। ਜਾਂ ਤਾਂ ਉਹ ਭਗਤੀ ਕਰਨ ਵਾਲਾ, ਬੰਦਗੀ ਕਰਨ ਵਾਲਾ ਹੋਵੇ, ਭਗਤ ਹੋਵੇ, ਸੰਤ ਹੋਵੇ, ਜਾਂ ਪ੍ਰਭੂ ਦਾ ਸੇਵਕ ਹੋਵੇ, ਜਾਂ ਉਹ ਦਾਨੀ ਹੋਵੇ, ਤੇ ਜਾਂ ਸੂਰਬੀਰ ਯੋਧਾ ਹੋਵੇ। ਜੇ ਚੌਹਾਂ ਵਿੱਚੋਂ ਇੱਕ ਵੀ ਗੁਣ ਨਹੀਂ ਤਾਂ ਮਾਤਾ ਨੇ ਜਿਹੜਾ ਇਤਨਾ ਕਸ਼ਟ ਸਹਾਰਿਆ, ਪੇਟ ਵਿੱਚ ਰੱਖ ਕੇ ਇਤਨੇ ਦੁੱਖ ਤਕਲੀਫਾਂ ਜਰੇ, ਪੀੜਾ ਸਹਾਰ ਕੇ ਜਨਮ ਦਿੱਤਾ, ਆਪਣੇ ਚਿਹਰੇ ਦਾ ਜੋਬਨ ਦਾ ਨੂਰ ਗਵਾਇਆ, ਉਹ ਸਾਰਾ ਵਿਅਰਥ ਗਿਆ। ਜਨਨੀ ਜਨੈ ਤੋ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਾਹੇ ਤੋ ਜਨਨੀ ਬਾਝ ਰਹੈ, ਕਾਹੇ ਗਵਾਵੇ ਨੂਰ। ਪਰ ਸ੍ਰੀਮਾਨ ਬਾਬਾ ਦੀਪ ਸਿੰਘ ਜੀ ਮਹਾਂਪੁਰਖ ਵਿੱਚ ਇਹ 4 ਹੀ ਗੁਣ, ਇੱਕ ਵੀ ਗੁਣ ਘੱਟ ਨਹੀਂ। ਭਗਤੀ ਵਿੱਚ ਵੀ ਸਿਖਰਾਂ ਤੇ, ਸੇਵਾ ਦੇ ਵਿੱਚ ਵੀ ਸਾਧ ਸੰਗਤ ਜੀ ਸਿਖਰ ਦੀ ਸੇਵਾ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਕਵਿਤ ਵਿੱਚ ਬਚਨ ਕਹੇ ਨੇ, ਸਤਿਗੁਰ ਸੇਵਾ ਭਾਏ ਪੂਜਾ ਪ੍ਰਾਨ ਕਰੈ ਸਿੱਖ, ਸਰਬ ਨਿਧਾਨ ਅਗਰ ਭਾਗ ਲਿਵ ਲਾਵਈ। ਕਹਿੰਦੇ ਵੱਡੀ ਸੇਵਾ ਕਿਹੜੀ ਹੈ ਸਤਿਗੁਰੂ ਦੀ? ਮਨ ਪ੍ਰਾਣ ਸਤਿਗੁਰਾਂ ਦੇ ਅੱਗੇ ਅਰਪਣ ਕਰਦੇ ਨੇ। ਤੇ ਬਾਬਾ ਦੀਪ ਸਿੰਘ ਜੀ ਨੇ ਤਾਂ ਸਿਰ ਵੀ ਅਰਪਣ ਕਰ ਦਿੱਤਾ। ਇੱਕ ਪੰਕਤੀ ਤਕਰੀਬਨ ਆਪਾਂ ਨੂੰ ਯਾਦ ਹੈ, ਔਰ ਅੱਜ ਸ੍ਰੀ ਦਰਬਾਰ ਸਾਹਿਬ ਤੋਂ, ਹਰਿਮੰਦਰ ਸਾਹਿਬ ਸੱਚਖੰਡ ਤੋਂ ਜੋ ਹੁਕਮਨਾਮਾ ਆਇਆ, ਉਸ ਦੇ ਵਿੱਚ ਵੀ ਸਾਧ ਸੰਗਤ ਜੀ ਇਹ ਪੰਕਤੀ ਆਈ ਹੈ। ਸੀਸ ਵੱਡੇ ਕਰ ਬੈਸਣ ਦੀਜੈ, ਵੇਨ ਸਿਰ ਸੇਵ ਕਰੀਜੈ। ਹੁਣ ਸਰੀਰ ਦੇ ਹੁੰਦਿਆਂ ਤਾਂ ਹਰ ਕੋਈ ਸੇਵਾ ਕਰ ਸਕਦਾ ਹੈ। ਲੱਤ ਕੱਟੀ ਜਾਵੇ ਤਾਂ ਵੀ ਸੇਵਾ ਹੋ ਸਕਦੀ ਹੈ। ਇੱਕ ਹੱਥ ਕੱਟਿਆ ਜਾਵੇ, ਇੱਕ ਹੱਥ ਦੇ ਨਾਲ ਵੀ ਸੇਵਾ ਹੋ ਸਕਦੀ ਹੈ। ਪਰ ਜਦੋਂ ਸਿਰ ਹੀ ਕੱਟਿਆ ਗਿਆ, ਗਲਾ ਹੀ ਕੱਟਿਆ ਗਿਆ, ਤਾਂ ਸੇਵਾ ਕਿਵੇਂ ਹੋਏਗੀ? ਇਹ ਇੱਕ ਜਿਹੜਾ ਹਰੇਕ ਦੇ ਮਨ ਦੇ ਵਿੱਚ ਰਹਿਣ ਵਾਲਾ ਸ਼ੰਕਾ ਸੀ ਨਾ, ਕਿ ਵੇਨ ਸਿਰ ਸੇਵ ਕਰੀਜੈ। ਬਾਜਾਂ ਵਾਲੇ ਪਿਤਾ ਨੇ ਬਾਬਾ ਦੀਪ ਸਿੰਘ ਜੀ ਤੋਂ ਸੇਵਾ ਲੈ ਕੇ ਉਹ ਸ਼ੰਕਾ ਮੇਟ ਦਿੱਤਾ। ਸਿਰ ਤੋਂ ਬਿਨਾਂ ਵੀ ਸੇਵਾ ਹੋ ਸਕਦੀ ਹੈ। ਸਿਰ ਹੇਠਾਂ ਹੈ, ਤਲੀ ਤੇ ਰੱਖਿਆ ਹੈ, ਧੜ ਦੇ ਨਾਲ ਨਹੀਂ। ਬਿਨਾਂ ਸਿਰ ਤੋਂ ਵੀ ਸੇਵਾ ਕਰਕੇ ਦਿਖਾ ਦਿੱਤੀ। ਤੋ ਸੇਵਾ ਵਿੱਚ ਵੀ ਸਿਖਰਾਂ ਤੇ ਬਾਬਾ ਦੀਪ ਸਿੰਘ ਜੀ, ਔਰ ਗੁਰਮੁਖੋ ਦਾਨੀ ਵੀ ਸਿਖਰਾਂ ਦੇ। ਸਭ ਤੋਂ ਵੱਡਾ ਜਿਹੜਾ ਦਾਨ ਹੁੰਦਾ ਹੈ ਨਾ, ਇਹ ਗ੍ਰੰਥਾਂ ਵਿੱਚ, ਧਰਮ ਦੇ ਗ੍ਰੰਥਾਂ ਵਿੱਚ ਲਿਖਿਆ ਹੈ, ਬ੍ਰਹਮ ਵਿਦਿਆ ਦਾ ਦਾਨ ਕਰਨਾ ਸਭ ਤੋਂ ਵੱਡਾ ਦਾਨ ਹੈ। ਕਿਸੇ ਨੂੰ ਬੰਦਗੀ ਵਿੱਚ ਜੋੜਨਾ। ਜੀ ਦਾਨ ਦੇ ਭਗਤੀ ਲਾਏਨ, ਹਰ ਸਿਉ ਲੈਨ ਮਿਲਾਏ। ਤੇ ਬਾਬਾ ਦੀਪ ਸਿੰਘ ਮਹਾਂਪੁਰਖ ਬ੍ਰਹਮ ਵਿਦਿਆ ਵਿੱਚ ਆਪ ਵੀ ਪੂਰੇ, ਤੇ ਪਤਾ ਨਹੀਂ ਬ੍ਰਹਮ ਵੇਤੇ ਉਹਨਾਂ ਨੇ ਕਿੰਨੇ ਕੁ ਬਣਾਏ, ਕਿੰਨੇ ਕੁ ਤਿਆਰ ਕੀਤੇ, ਕਿਉਂਕਿ ਉਹਨਾਂ ਦੀ ਡਿਊਟੀ ਲੱਗੀ ਸੀ ਬ੍ਰਹਮ ਵਿਦਿਆ ਸਿਖਾਉਣ ਦੀ। ਇਸ ਕਰਕੇ ਕਿਸੇ ਦੇ ਕੋਲ ਇਹ ਬ੍ਰਹਮ ਵਿਦਿਆ ਹੋਵੇ ਤੇ ਉਹਨੂੰ ਲੁਕਾ ਛਪਾ ਕੇ ਨਹੀਂ ਰੱਖਣੀ ਚਾਹੀਦੀ।
ਜਿਹੜਾ ਕੋਈ ਮੰਗੇ ਵੰਡ ਦੇਣੀ ਚਾਹੀਦੀ ਹੈ। ਇਹ ਬੜਾ ਵੱਡਾ ਦਾਨ ਹੈ, ਕਿਉਂਕਿ ਉਹ ਵੀ ਅੱਗੇ ਕਿੰਨਿਆਂ ਨੂੰ ਜੋੜੇਗਾ ਗੁਰੂ ਸਾਹਿਬ ਦੇ ਨਾਲ। ਤੋ ਇਸ ਕਰਕੇ ਦਾਤਿਆਂ ਦੇ ਵਿੱਚ ਵੀ ਸਿਖਰ ਤੇ ਹਨ ਤੇ ਗੁਰਮੁਖੋ ਯੋਧਿਆਂ ਦੇ ਵਿੱਚ ਵੀ ਸਿਰ ਲੱਥ ਯੋਧੇ ਸਿਖਰਾਂ ਨੂੰ ਛੋਹ ਰਹੇ ਨੇ। ਤੋ ਇਸ ਕਰਕੇ ਚਾਰੇ ਗੁਣਾਂ ਵਿੱਚ ਭਰਪੂਰ ਮਹਾਂਪੁਰਖ ਬਾਬਾ ਦੀਪ ਸਿੰਘ ਜੀ ਬ੍ਰਹਮ ਗਿਆਨੀ ਤਤ ਬੇਤੇ ਭਾਈ ਗੁਰਦਾਸ ਸਾਹਿਬ ਜੀ ਦੀ ਇੱਕ ਵਾਰ ਹੈ। ਉਸ ਵਾਰ ਦੀਆਂ 5 ਪੰਕਤੀਆਂ ਨੇ। ਆਰੰਭ ਹੁੰਦੀ ਹੈ, ਗੁਰਮੁਖ ਪੰਡਿਤ ਹੋਏ ਜਗ ਪ੍ਰਬੋਧੀਐ, ਗੁਰਮੁਖ ਸਤ ਸੰਤੋਖ ਨਾ ਕਾਮ ਕ੍ਰੋਧੀਐ, ਗੁਰਮੁਖ ਹੈ ਨਿਰਵੈਰ ਨਾ ਵੈਰ ਵਿਰੋਧੀਐ, ਗੁਰਮੁਖ ਆਪ ਗਵਾਏ ਅੰਦਰ ਸੋਧੀਐ, ਤਿੰਨ ਧਨ ਜਨੇਂਦੀ ਮਾਓ ਜੋਧਾ ਜੋਧੀਐ। ਯੋਧਿਆਂ ਦੇ ਵਿੱਚੋਂ ਯੋਧਾ, ਜਿਵੇਂ ਸਾਰੇ ਪੀਰਾਂ ਫਕੀਰਾਂ ਪੈਗੰਬਰਾਂ ਯੋਧਿਆਂ ਵਿੱਚੋਂ ਯੋਧੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਕੋਈ ਵਰਿਆਮ ਸੂਰਬੀਰ ਨਹੀਂ ਹੋਇਆ ਤੇ ਨਾ ਹੀ ਹੋਣਾ ਹੈ। ਐਵੇਂ ਗੁਰਮੁਖੋ ਸਿਰ ਲੱਥ ਯੋਧਿਆਂ ਵਿੱਚੋਂ ਬਾਬਾ ਦੀਪ ਸਿੰਘ ਵਰਗਾ ਯੋਧਾ ਵੀ ਜਤੀ ਸਤੀ ਤਪਸਵੀ ਬ੍ਰਹਮਚਾਰੀ ਬ੍ਰਹਮ ਬੇਤਾ ਸਹਿਦ ਹੀ ਕੋਈ ਦੁਨੀਆ ਵਿੱਚ ਪੈਦਾ ਹੋਵੇ। ਵੱਖਰੀ ਗੱਲ ਹੈ, ਕਲਗੀਧਰ ਪਾਤਸ਼ਾਹ ਮਹਾਰਾਜ ਬਾਜਾਂ ਵਾਲੇ ਕੁਝ ਵੀ ਕਰ ਸਕਦੇ ਨੇ, ਸਮਰੱਥ ਨੇ, ਪਰ ਇਸ ਤਰ੍ਹਾਂ ਦਾ ਯੋਧਾ ਸਹਿਦ ਹੀ ਕੋਈ ਹੋਇਆ ਹੋਵੇ ਜੋ ਪੰਡਿਤ ਵੀ ਹੈ, ਇਤਨਾ ਭਾਰੀ ਵਿਦਵਾਨ ਵੀ ਹੈ। ਪੰਡਿਤ ਵਿਦਵਾਨ ਨੂੰ ਕਹਿੰਦੇ ਨੇ। ਸੋ ਪੰਡਿਤ ਜੋ ਤਿਹਾ ਗੁਣਾ ਕੀ ਪੰਡ ਉਤਾਰੈ, ਰਾਜ ਗੁਣ ਤਮ ਗੁਣ ਸਤ ਗੁਣ ਕਹੀਐ, ਇਹ ਤੇਰੀ ਸਭ ਮਾਇਆ। ਚੌਥਾ ਪਦ ਕੋ ਜੋ ਨਰ ਚੀਨੈ, ਤਿੰਨ ਹੀ ਪਰਮ ਪਦ ਪਾਇਆ। ਇਹ ਤਿੰਨਾਂ ਗੁਣਾਂ ਤੋਂ ਜਿਹੜਾ ਉੱਪਰ ਉੱਠ ਜਾਂਦਾ ਹੈ, ਪੰਡਿਤ ਉਸ ਨੂੰ ਬਾਣੀ ਨੇ ਕਿਹਾ ਹੈ। ਤੀਨ ਵਿਆਪੈ ਜਗਤ ਕਉ, ਤੁਰਿਆ ਪਾਵੈ ਕੋਏ, ਨਾਨਕ ਸੰਤ ਨਿਰਮਲ ਭਏ, ਜਿਨ ਮਨ ਵਸਿਆ ਸੋਏ। ਤੁਰੀ ਅਵਸਥਾ ਵਿੱਚ ਪਹੁੰਚਣ ਵਾਲਾ ਗੁਰਬਾਣੀ ਨੇ ਉਸ ਨੂੰ ਅਸਲੀ ਪੰਡਿਤ ਕਿਹਾ ਹੈ। ਤੇ ਬਾਬਾ ਦੀਪ ਸਿੰਘ ਜੀ ਤਿੰਨਾਂ ਗੁਣਾਂ ਤੋਂ ਉੱਪਰ ਤੁਰਿਆ ਅਵਸਥਾ ਵਿੱਚ ਪਹੁੰਚੇ ਹੋਏ। ਤੁਹਾਨੂੰ ਇਹ ਸਾਖੀ ਚੰਗੀ ਤਰ੍ਹਾਂ ਯਾਦ ਹੈ, ਜਦੋਂ ਮਹਾਰਾਜ ਸਾਹਿਬ ਤੋਂ ਕਥਾ ਸੁਣੀ ਸੀ ਬਾਬਾ ਦੀਪ ਸਿੰਘ ਜੀ ਨੇ ਔਰ ਭਾਈ ਮਨੀ ਸਿੰਘ ਸਾਹਿਬ ਜੀ ਨੇ, ਤਾਂ ਇਹਨਾਂ ਦੀ ਅਵਸਥਾ ਬਹੁਤ ਉੱਪਰ ਚਲੀ ਗਈ ਸੀ। ਵਿਦੇਹ ਮੁਕਤ, ਦੇਹ ਤੋਂ ਪਰੇ ਹੋ ਗਏ, ਸਰੀਰਾਂ ਦੀ ਸੋਝੀ ਨਹੀਂ, ਇੰਨਾ ਪਰਮਾ ਆਨੰਦ ਵਿੱਚ ਲੀਨ ਹੋ ਗਏ। ਕਈ ਤਾਂ ਅਲੋਪ ਹੋ ਗਏ ਸਿੰਘ, ਐਸੀ ਅਵਸਥਾ ਵਿੱਚ ਪਹੁੰਚ ਗਏ। ਪਰ ਜਦੋਂ ਇਹਨਾਂ ਦੇ ਮਨ ਵਿੱਚ ਫੁਰਨਾ ਉੱਠਣ ਲੱਗਾ ਕਿ ਆਪਾਂ ਵੀ ਹੁਣ ਪਰਮ ਆਨੰਦ ਵਿੱਚ ਸਦਾ ਲਈ ਲੀਨ ਹੋ ਜਾਈਏ, ਤਾਂ ਮਹਾਰਾਜ ਨੇ ਬਾਹਾਂ ਪਕੜ ਲਈਆਂ ਸਨ ਕਿ ਨਹੀਂ ਭਾਈ, ਤੁਹਾਡੇ ਤੋਂ ਅਜੇ ਸੇਵਾ ਲੈਣੀ ਹੈ, ਤੁਹਾਨੂੰ ਨਹੀਂ ਜਾਣ ਦੇਣਾ, ਬਹੁਤ ਵੱਡੀ ਸੇਵਾ ਲੈਣੀ ਹੈ। ਮਹਾਰਾਜ ਜੀ, ਜਿਹੜਾ ਆਨੰਦ ਬਣਿਆ ਹੈ, ਇਹ ਆਨੰਦ ਨਾ ਕਿਤੇ ਚਲਿਆ ਜਾਵੇ, ਇਹਦੇ ਵਿੱਚ ਕੋਈ ਫਰਕ ਨਾ ਪੈ ਜਾਵੇ ਕਿਤੇ। ਤਾਂ ਵਾਰ ਦਿੱਤਾ ਸੀ ਬਾਜਾਂ ਵਾਲੇ ਪਿਤਾ ਨੇ, ਭਾਈ ਦੀਪ ਸਿਆਂ, ਧੜ ਦੇ ਨਾਲੋਂ ਤੇਰਾ ਸਿਰ ਵੀ ਅਲੱਗਾ ਕਿਉਂ ਨਾ ਹੋ ਜਾਵੇ। ਗੁਰੂ ਕੇ ਯੋਧਿਆ, ਤੇਰੇ ਆਨੰਦ ਵਿੱਚ ਫਰਕ ਨਹੀਂ ਪਵੇਗਾ, ਬਿਨਾਂ ਸਿਰ ਤੋਂ ਲੜੇਗਾ, ਆਨੰਦ ਤੇਰਾ ਐਵੇਂ ਬਣਿਆ ਰਹੇਗਾ। ਭਾਈ ਮਨੀ ਸਿੰਘ ਸਾਹਿਬ ਜੀ, ਬੰਦ ਵੀ ਕਿਉਂ ਨਾ ਤੁਹਾਡਾ ਵੱਖਰਾ ਹੋ ਜਾਵੇ, ਸਰੀਰ ਦਾ ਟੁਕੜੇ ਟੁਕੜੇ ਵੀ ਕਿਉਂ ਨਾ ਸਰੀਰ ਹੋ ਜਾਵੇ, ਇਹ ਪਰਮ ਆਨੰਦ ਬ੍ਰਹਮ ਆਨੰਦ ਵਿੱਚ ਫਰਕ ਨਹੀਂ ਪਵੇਗਾ, ਇਹ ਐਵੇਂ ਹੀ ਬਣਿਆ ਰਹੇਗਾ। ਗੁਰੂ ਕੇ ਯੋਧਿਆ, ਤੇਰੇ ਬੰਦ ਵਿੱਚੋਂ ਨਾਮ ਬਾਣੀ ਦੀਆਂ ਆਵਾਜ਼ਾਂ ਆਉਣਗੀਆਂ। ਇਹ ਗੁਰੂ ਕੇ ਖਾਲਸਾ ਜੀ ਵਾਰ ਦਿੱਤੇ ਸਨ ਬਾਜਾਂ ਵਾਲੇ ਪਿਤਾ ਜੀ ਨੇ, ਜਿਹੜੇ ਅੱਜ ਸੰਕੇ ਕਰਦੇ ਨੇ
ਤਰਕਾਂ ਕਰਦੇ ਨੇ। ਪੜ੍ਹਨਾ ਕਿਤੇ ਇੱਕ ਜਪਜੀ ਸਾਹਿਬ ਨਹੀਂ ਹੁੰਦਾ ਇਕਾਗਰਤਾ ਦੇ ਨਾਲ, ਤੇ ਤਰਕਾਂ ਉਹਨਾਂ ਮਹਾਂਪੁਰਖਾਂ ਦੀਆਂ ਜਿਨ੍ਹਾਂ ਨੇ 19 ਘੰਟੇ ਬਾਣੀ ਰੋਜ਼ ਦੀ ਪੜ੍ਹਨੀ, ਜਿਨ੍ਹਾਂ ਦਾ ਨਿਤਨੇਮ ਹੀ ਇੰਨਾ। ਸਾਧ ਸੰਗਤ ਜੀ, ਤੁਸੀਂ ਕਿਤੇ ਤਖਤ ਸਾਹਿਬ ਦਮਦਮਾ ਸਾਹਿਬ ਜਾਓ, ਬਾਬਾ ਦੀਪ ਸਿੰਘ ਜੀ ਦੇ ਚੋਲੀ ਵਾਲੇ ਬੇਅੰਤ ਬਾਣੀਆਂ ਦੇ ਗੁਟਕਾ ਸਾਹਿਬ ਦੇ ਦਰਸ਼ਨ ਕਰਵਾਏ ਜਾਂਦੇ ਨੇ। ਬੇਅੰਤ ਬਾਣੀਆਂ ਦਾ ਰੋਜ਼ ਪਾਠ, 5 ਬਾਣੀਆਂ ਉਹ ਤਾਂ ਹਰੇਕ ਨੂੰ ਹੀ ਹੁਕਮ ਹੈ ਨਾ। ਰਹਿਰਾਸ ਸਾਹਿਬ, ਕੀਰਤਨ, ਸੋਹਿਲਾ ਸਾਹਿਬ, ਇਸ ਤੋਂ ਇਲਾਵਾ ਸ਼ਬਦ ਹਜ਼ਾਰੇ, ਦੋਵੇਂ 12 ਮਾਹਾਂ, ਸੁਖਮਨੀ ਸਾਹਿਬ, ਆਸਾ ਦੀ ਵਾਰ, 52 ਅੱਖਰੀ ਸਿੱਧ ਗੋਸ਼ਟ, ਦੱਖਣੀ ਓਂਕਾਰ ਤੋਂ 3 ਵਾਰਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ, ਜੈਤਸਰੀ ਦੀ ਵਾਰ, ਸੱਤੇ ਬਲਵੰਡੇ ਵਾਲੀ ਵਾਰ, ਬਸੰਤ ਕੀ ਵਾਰ, ਸਹਿਸਕ੍ਰਿਤੀ, ਗਾਥਾ, ਚੌ ਬੋਲੇ, ਫੁਨਹ ਮਹੱਲਾ ਪੰਜਵਾ, ਭੱਟਾਂ ਦੇ ਸਵਈਏ। ਸਾਧ ਸੰਗਤ ਜੀ, ਕੁਚੱਜੀ, ਸੁਚੱਜੀ, ਗੁਣਵੰਤੀ, ਪਹਿਰਿਆਂ ਦੀ ਬਾਣੀ, ਇਸ ਤੋਂ ਇਲਾਵਾ ਇਕਾਲ ਉਸਤਤ, ਚੰਡੀ ਦੀ ਵਾਰ, ਸ਼ਸਤਰ ਮਾਲਾ, ਪਤਾ ਨਹੀਂ ਕਿਤਨੀਆਂ ਕੁ ਬਾਣੀਆਂ ਦਾ ਰੋਜ਼ਾਨਾ ਦਾ ਨਿਤਨੇਮ ਇਸ ਮਹਾਨ ਮਹਾਂਪੁਰਖ ਦਾ। ਇਸ ਤੋਂ ਇਲਾਵਾ 110 ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਰੋਜ਼ ਹੀ ਕਰਨੇ। ਇਹ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਦੇ ਮੁਖ ਤੋਂ ਸੁਣਿਆ, ਜੋ ਉਹਨਾਂ ਨੇ ਮੰਜੀ ਸਾਹਿਬ ਵਿਖੇ ਇਹ ਬਚਨ ਕਹੇ ਕਿ ਬਾਬਾ ਦੀਪ ਸਿੰਘ ਜੀ ਦਾ ਨਿਤਨੇਮ ਰੋਜ਼ ਦਾ ਕਿੰਨਾ ਸੀ। ਹੁਣ ਜਿਸ ਦੇ ਰੋਮ ਰੋਮ ਦੇ ਵਿੱਚ, ਕਤਰੇ ਕਤਰੇ ਖੂਨ ਦੇ ਵਿੱਚ ਬਾਣੀ ਰਚੀ ਹੈ, ਗੁਰਮੁਖੋ ਉਹਦੇ ਵਾਸਤੇ ਬਿਨਾਂ ਸਿਰ ਤੋਂ ਲੜਨਾ ਕੀ ਔਖਾ ਹੈ। ਤਾਕੋ ਅਚਰਜ ਕਾਹੋ, ਤੋ ਭਗਤ ਕਬੀਰ ਸਾਹਿਬ ਜੀ ਨੇ ਬਚਨ ਕਹੇ ਨੇ, ਜੋ ਜਨ ਭਾਉ ਭਗਤ ਕਛ ਜਾਣੈ, ਤਾਕੋ ਅਚਰਜ ਕਾਹੋ, ਉਹਦੇ ਤੇ ਕਰਨਹਾਰ ਕੋ ਅਚਰਜ ਕਿਛ ਨਾਹੀ। ਬਾਣੀ ਕਹਿੰਦੀ ਹੈ ਉੱਤੇ ਕਾਹਦੀ ਤਰਕ ਹੈ। ਤਰਕ ਕਰਨਾ ਤਾਂ ਇੱਕ ਬੱਚਿਆਂ ਦਾ ਸੁਭਾਅ ਹੁੰਦਾ ਹੈ, ਕੋਈ ਸਿਆਣੇ ਬੰਦੇ ਦਾ ਸੁਭਾਅ ਨਹੀਂ ਹੁੰਦਾ ਤਰਕ ਕਰਨੀ। ਬੱਚੇ ਤਰਕਾਂ ਕਰਦੇ ਨੇ, ਤੇ ਖਾਸ ਕਰਕੇ ਗੁਰਮਤਿ ਤੇ ਬਾਣੀ ਤੇ ਤਰਕ ਕਰਨ ਵਾਲਾ ਤੇ ਫਿਰ ਵੱਡਾ ਬੂਰਖ ਹੋਇਆ ਨਾ, ਗਾਫਲ ਹੋਇਆ ਨਾ। ਤੋ ਇਸ ਕਰਕੇ ਪਹਿਲਾਂ ਬੰਦਗੀ ਵਿੱਚ ਰਚ ਕੇ ਤਾਂ ਆਪਣੇ ਆਪ ਨੂੰ ਦੇਖੋ, 18 19 ਘੰਟੇ ਬਾਣੀ ਦਾ ਰਸ ਲੈ ਕੇ ਤਾਂ ਦੇਖੋ, ਫਿਰ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਕਿ ਬਾਬਾ ਦੀਪ ਸਿੰਘ ਸਿਰ ਤੋਂ ਬਿਨਾਂ ਕਿਵੇਂ ਲੜ ਸਕਦੇ ਨੇ। ਜਦੋਂ ਕੁਝ ਨਾ ਕੁਝ ਅੰਦਰ ਇਸ ਤਰ੍ਹਾਂ ਦੀ ਕਲਾ ਆਉਣੀ ਸ਼ੁਰੂ ਹੋ ਜਾਵੇਗੀ। ਤੋ ਵਰ ਵੀ ਮਿਲੇ ਨੇ ਤੇ ਬੰਦਗੀ ਵਿੱਚ ਵੀ ਸਿਖਰਾਂ ਤੇ ਨੇ, ਜਤ ਸਤ ਵਿੱਚ ਵੀ ਸਿਖਰਾਂ ਤੇ ਨੇ। ਗੁਰਮੁਖ ਪੰਡਤ ਹੋਏ ਜਗ ਪ੍ਰਬੋਧੀ ਹੈ, ਤੇ ਪੰਡਤ ਇਹੋ ਜਿਹਾ ਨਹੀਂ, ਦੂਸਰਿਆਂ ਨੂੰ ਸਿੱਖਿਆ ਦੇਣ ਵਾਲੇ ਬਹੁਤ ਨੇ। ਅੰਮ੍ਰਿਤ ਵੇਲੇ ਉੱਠੋ ਜੀ, ਬਾਣੀ ਪੜ੍ਹੋ, ਨਾ ਤਾਂ ਅੰਮ੍ਰਿਤ ਵੇਲੇ ਉੱਠਣਾ, ਆਪ ਨਾ ਬਾਣੀ ਦੇ ਵਿੱਚ ਮਨ ਨੂੰ ਰੰਗਣਾ। ਪ੍ਰਥਮੈ ਮਨ ਪ੍ਰਬੋਧੈ ਆਪਣਾ, ਪਾਛੈ ਅਵਰ ਰਿਜਾਵੈ। ਤੋ ਬਾਬਾ ਜੀ ਐਸੇ ਮਹਾਂਪੁਰਖ ਜਿਨ੍ਹਾਂ ਨੇ ਪਹਿਲਾਂ ਆਪਣਾ ਮਨ ਪ੍ਰਬੋਧਿਆ, ਫਿਰ ਗੁਰਸਿੱਖੀ ਦਾ ਪ੍ਰਚਾਰ ਕੀਤਾ। ਗੁਰਮੁਖ ਸਤ ਸੰਤੋਖ, ਸਤ ਤੇ ਸੰਤੋਖ ਵਿੱਚ ਰਹਿਣ ਵਾਲੇ ਬਾਬਾ ਦੀਪ ਸਿੰਘ ਜੀ। ਨਾ ਕਾਮ ਕ੍ਰੋਧੀ ਹੈ, ਕਾਮ ਕ੍ਰੋਧ ਹੰਕਾਰ ਲੋਭ ਹੱਠ ਮੋਹ ਨਾ ਮਨ ਸਿਉ ਲਿਆਵੈ। ਕੋਈ ਵਿਕਾਰ ਅੰਦਰ ਨਹੀਂ। ਸਾਧ ਸੰਗਤ ਜੀ, ਮਹਾਂਪੁਰਖ ਤਾਂ ਦੱਸਦੇ ਫੁਰਨਾ ਤੱਕ ਵੀ ਵਿਕਾਰਾਂ ਦਾ ਨਹੀਂ ਸੀ ਆਉਣ ਦਿੰਦੇ ਅੰਦਰ। ਵਿਕਾਰਾਂ ਨੇ ਛੋਹਣਾ ਤੱਕ ਹੀ, ਫੁਰਨਾ ਵੀ ਨਹੀਂ ਸੀ ਅੰਦਰ ਉੱਠਣ ਦਿੰਦੇ। ਇੰਨਾ ਉੱਚਾ ਤੇ ਸੁੱਚਾ ਜੀਵਨ। ਜਦੋਂ 18,000 ਲੜਕੀਆਂ ਹਿੰਦੂਆਂ ਰਾਜਿਆਂ ਦੀਆਂ, ਆਗਰਾ, ਮਥੁਰਾ, ਕਾਂਸੀ, ਅਯੁੱਧਿਆ, ਦਿੱਲੀ, ਇੱਧਰੋਂ ਅਬਦਾਲੀ ਕੈਦ ਕਰਕੇ ਗੱਡਿਆਂ ਤੇ ਲੱਦ ਕੇ ਲਿਜਾ ਰਿਹਾ, ਉਹਨਾਂ ਨੂੰ ਛਡਾਇਆ ਬਾਬਾ ਦੀਪ ਸਿੰਘ ਜੀ ਦੇ ਜਥੇ ਨੇ। ਬਾਬਾ ਜੱਸਾ ਸਿੰਘ, ਨਵਾਬ ਕਪੂਰ ਸਿੰਘ ਵਰਗੇ ਯੋਧਿਆਂ ਨੇ। ਸਾਧ ਸੰਗਤ ਜੀ, ਉਹ ਸਾਰੀਆਂ ਲੜਕੀਆਂ ਲਿਆਂਦੀਆਂ ਕਿੱਥੇ? ਦਮਦਮਾ ਸਾਹਿਬ, ਜਿੱਥੇ ਬਾਬਾ ਜੀ ਇਹ ਸਿੱਖਿਆ ਦਿਆ ਕਰਦੇ।
ਔਰ ਉਹਨਾਂ ਨੂੰ ਘਰੋਂ ਘਰੀ ਪਹੁੰਚਾਉਣ ਦੀ ਡਿਊਟੀ ਲੱਗੀ ਕਿ ਇਹਨਾਂ ਨੂੰ ਘਰੋਂ ਘਰੀ ਛੱਡ ਕੇ ਆਓ। ਉਹ ਬੀਬੀਆਂ ਧੀਆਂ ਭੈਣਾਂ, ਕੋਈ 20 ਸਾਲ ਦੀ, ਕੋਈ 22 ਸਾਲ ਦੀ, ਕੋਈ 25 ਸਾਲ ਦੀ, ਸਭ 30 ਸਾਲ ਤੋਂ ਹੇਠਾਂ ਸਨ, ਨੌਜਵਾਨ। ਉਹਨਾਂ ਨੇ ਤਰਲੇ ਲਏ, ਲਿਲਕੜੀਆਂ ਕੱਢੀਆਂ, ਵੇ ਸਿੰਘੋ, ਕੀ ਅਸੀਂ ਇੱਥੇ ਰਹਿ ਕੇ ਸੇਵਾ ਨਹੀਂ ਕਰ ਸਕਦੀਆਂ, ਭਾਂਡੇ ਨਹੀਂ ਮਾਂਜ ਸਕਦੀਆਂ, ਤੁਹਾਡੀਆਂ ਚਾਦਰਾਂ ਤੇ ਬਸਤਰ ਧੋ ਨਹੀਂ ਸਕਦੀਆਂ, ਕਿ ਸਾਨੂੰ ਇੱਥੇ ਰਹਿਣ ਦਾ ਹੁਕਮ ਨਹੀਂ? ਅਸੀਂ ਸੇਵਕ ਬਣ ਕੇ, ਦਾਸੀਆਂ ਬਣ ਕੇ ਰਹਾਂਗੀਆਂ। ਤਾਂ ਬਾਬਾ ਦੀਪ ਸਿੰਘ ਜੀ ਨੇ ਕਿਹਾ, ਨਹੀਂ ਧੀਓ, ਇਹ ਖਾਲਸਾ ਜਤੀ ਸਤੀ ਹੈ, ਤੁਹਾਨੂੰ ਘਰੋਂ ਘਰੀ ਪਹੁੰਚਾਇਆ ਜਾਵੇਗਾ। ਘਰੋਂ ਘਰੀ ਪਹੁੰਚਾਉਣ ਦੀਆਂ ਡਿਊਟੀਆਂ ਲੱਗੀਆਂ। ਉਹਨਾਂ ਵਿੱਚ ਇੱਕ ਸਭ ਤੋਂ ਸੁੰਦਰ ਲੜਕੀ, ਚੰਬੇ ਦੇ ਰਾਜੇ ਦੀ ਪਦਮਾਵਤੀ, 22-23 ਸਾਲ ਦੀ ਨੌਜਵਾਨ ਮੁਟਿਆਰ। ਜਿਹੜਾ ਤੱਕਦਾ ਸੀ ਉਹ ਤੱਕਦਾ ਹੀ ਰਹਿ ਜਾਂਦਾ ਸੀ। ਸਾਧ ਸੰਗਤ ਜੀ, ਮਨ ਉਹਦਾ ਵੱਸ ਵਿੱਚ ਨਹੀਂ ਸੀ ਰਹਿੰਦਾ। ਕੁਦਰਤ ਨੇ, ਕਰਤੇ ਨੇ ਉਹਦਾ ਇਸ ਤਰ੍ਹਾਂ ਦਾ ਇਹ ਸਾਰਾ ਸਰੂਪ ਰਚਿਆ। ਤੋ ਕਹਿਣ ਲੱਗੇ, ਬਾਬਾ ਜੀ ਇਸ ਨੂੰ ਤੁਸੀਂ ਛੱਡ ਕੇ ਆਓ। ਤੋ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ, ਮੈਂ ਇਕੱਲਾ ਨਹੀਂ ਜਾਵਾਂਗਾ। ਭਾਵੇਂ ਬੜੇ ਜਤੀ ਸਤੀ ਮਹਾਂਪੁਰਖ ਨੇ, ਕਹਿਣ ਲੱਗੇ ਇਕੱਲਾ ਨਹੀਂ ਜਾਵਾਂਗਾ, 5 ਸਿੰਘ ਨਾਲ ਜਾਣਗੇ ਮੇਰੇ। ਤੋ ਸਾਧ ਸੰਗਤ ਜੀ 18-19 ਘੰਟੇ ਦਮਦਮਾ ਸਾਹਿਬ ਤੋਂ ਚੰਬੇ ਤੱਕ ਘੋੜਿਆਂ ਤੇ ਲੱਗੇ ਉਸ ਲੜਕੀ ਨੂੰ ਛੱਡਣ ਵਾਸਤੇ। ਚੰਬੇ ਦੇ ਰਾਜੇ ਕੋਲ ਪਹੁੰਚਾਇਆ। ਵਾਪਸ ਆਏ ਨੇ। ਇੱਕ ਸਿੰਘ ਜਿਹੜਾ ਥੋੜਾ ਜਿਹਾ ਮਸਤਾਨਾ ਸੀ, ਉਹਨੇ ਤਾਨਾ ਮਾਰਿਆ, ਕਹਿੰਦਾ, ਬਾਬਾ ਲੜਕੀ ਬੜੀ ਸੋਹਣੀ ਸੀ, ਕੋਈ ਮਨ ਦੇ ਵਿੱਚ ਮਾੜਾ ਖਿਆਲ ਤਾਂ ਨਹੀਂ ਆਇਆ? ਕਹਿੰਦੇ ਬਾਬਾ ਦੀਪ ਸਿੰਘ ਬੀਰਸ ਵਿੱਚ ਆ ਗਏ, ਨੇਤਰ ਲਾਲ ਹੋ ਗਏ। ਕਹਿਣ ਲੱਗੇ, ਉਹ ਸਿੰਘਾ, ਇੱਕ ਮਿੱਟੀ ਦਾ ਬੁੱਤ ਸੀ, ਦੂਸਰਾ ਕਲਗੀਧਰ ਦਾ ਪੁੱਤ ਸੀ। ਭਾਈ ਸਾਡੇ ਤੇ ਕੀ ਕੋਈ ਚੀਜ਼ ਦਾ ਅਸਰ ਹੋਣਾ ਹੈ? ਤੈਨੂੰ ਪਤਾ ਹੈ ਕਿ ਆਪਣਾ ਨਿਤਨੇਮ ਬਾਜਾਂ ਵਾਲੇ ਨੇ 22 ਘੰਟੇ ਦਾ ਦਿੱਤਾ ਹੈ। 22 ਘੰਟੇ ਦਾ ਆਪਣਾ ਨਿਤਨੇਮ ਹੈ। 19 ਘੰਟੇ ਲੱਗੇ ਉੱਥੇ ਪਹੁੰਚਣ ਤੇ, ਆਪਣਾ ਤਾਂ ਨਿਤਨੇਮ ਵੀ ਪੂਰਾ ਨਹੀਂ ਸੀ ਹੋਇਆ। ਸਾਡੇ ਅੰਦਰ ਕੀ ਫੁਰਨਾ ਆਉਣਾ ਸੀ? ਇਸ ਤਰ੍ਹਾਂ ਦਾ ਜੀਵਨ ਉਸ ਮਹਾਨ ਪੁਰਖ ਦਾ। ਸਾਧ ਸੰਗਤ ਜੀ, ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਸ ਕਲੀ ਰੇ। ਐਵੇਂ ਨਹੀਂ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ 'ਚ ਜਾ ਕੇ ਉੱਥੇ ਨਮਸਕਾਰਾਂ ਕਰਦੀਆਂ। ਸਤਿਗੁਰ ਚਰਨ ਸਰਨ ਚੱਲ ਜਾਏ ਸਿੱਖ, ਤਾਹੇ ਚਰਨ ਸਰਨ ਜਗ ਚੱਲ ਆਵਈ। ਸਾਰਾ ਜਗਤ ਉਹਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਜਿਹੜਾ ਮਨ ਬਚ ਕਰਮ ਕਰਕੇ ਸਤਿਗੁਰੂ ਦਾ ਸਿੱਖ ਬਣ ਜਾਵੇ, ਸਤਿਗੁਰਾਂ ਦੇ ਬਚਨਾਂ ਤੇ ਪੂਰਨ ਤੌਰ ਤੇ ਪਹਿਰਾ ਦੇਵੇ। ਸਾਧ ਸੰਗਤ ਜੀ, ਕਿਵੇਂ ਅੱਜ ਤਿਲ ਸੁੱਟਣ ਨੂੰ ਭੁੰਜੇ ਨਹੀਂ ਪੈਂਦਾ। ਇੰਨੀ ਸੰਗਤ ਵੇਖ ਲਓ, ਐਤਵਾਰ ਵਾਲੇ ਦਿਨ ਘੰਟਿਆਂ ਬੱਧੀ ਸਮਾਂ ਲੱਗ ਜਾਂਦਾ ਹੈ ਸਾਹਮਣੇ ਤੋਂ ਮੱਥਾ ਟੇਕਣ ਨੂੰ। ਪਾਸੇ ਤੋਂ ਤਾਂ ਭਾਵੇਂ ਕੋਈ ਜਲਦੀ ਟੇਕ ਲਵੇ, ਪਰ ਸਾਹਮਣੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਜੇ ਨਮਸਕਾਰ ਕਰਨੀ ਹੋਵੇ ਤਾਂ ਘੰਟਿਆਂ ਬੱਧੀ ਸਮਾਂ ਲੱਗ ਜਾਂਦਾ ਹੈ। ਜਿਨੈ ਤੋਹੇ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ, ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ। ਇਹ ਕਲਗੀਆਂ ਵਾਲੇ, ਬਾਜਾਂ ਵਾਲੇ, ਜਿਸ ਨੇ ਤੁਹਾਨੂੰ ਮਨ ਬਚ ਕਰਮ ਕਰਕੇ ਧਿਆ ਲਿਆ, ਤੁਹਾਡਾ ਬਣ ਗਿਆ, ਆਪਣੇ ਵਰਗਾ ਹੀ ਪ੍ਰਤਾਪ ਤੁਸੀਂ ਉਸ ਨੂੰ ਦੇ ਦਿੱਤਾ। ਤੋ ਕਿਹੜੇ ਕਿਹੜੇ ਗੁਣ ਉਸ ਮਹਾਨ ਪੁਰਖ ਦੇ ਕਥਨ ਕਰੀਏ। ਪਹੂ ਪਿੰਡ ਦੇ ਵਿੱਚ ਭਿੱਖੀ ਸਰਦਾਰ ਹੋਇਆ, ਗੁਰੂ ਨਾਨਕ ਦੇ ਘਰ ਦਾ ਇੱਕ ਪ੍ਰੇਮੀ। ਇਸ ਨੇ ਇੱਕ ਸ਼ਹਿਰ ਵਸਾਇਆ ਮਾਝੇ ਵਿੱਚ, ਭਿੱਖੀ ਪਿੰਡ। ਭਿੱਖੀ ਦੇ ਨਾਂ ਤੇ ਭਿੱਖੀ ਪਿੰਡ ਵਸਿਆ ਹੈ। ਇਸ ਭਿੱਖੀ ਸਰਦਾਰ ਦੇ 3 ਪੁੱਤਰ ਸਨ। ਸਾਧ ਸੰਗਤ ਜੀ, ਇੱਕ ਪਹੂਆ, ਇੱਕ ਪੂਹਲਾ ਤੇ ਇੱਕ ਦਰਾਜਾ। ਤਿੰਨਾਂ ਹੀ ਪੁੱਤਰਾਂ ਦੇ ਨਾਂ ਤੇ ਨਗਰ ਵਸਾਏ ਇਸ ਨੇ। ਬਹੁਤ ਵੱਡਾ ਅਮੀਰ ਸਰਦਾਰ ਸੀ, ਕਹਿੰਦਾ ਕਹਾਉਂਦਾ।
ਪਹੂਏ ਦੇ ਨਾਂ ਤੇ ਪਹੂਵਿੰਡ ਪਿੰਡ ਵਸਾਇਆ, ਪੂਲੇ ਦੇ ਨਾਂ ਤੇ ਪੂਲਾ ਪਿੰਡ ਵਸਾਇਆ, ਤੇ ਦਰਾਜੇ ਦੇ ਨਾਂ ਤੇ ਭਾਈ ਦਰਾਜਾ ਇਹ ਨਗਰ ਵਸਾਇਆ। ਸਾਧ ਸੰਗਤ ਜੀ, ਤੋ ਉਸ ਪਹੂਵਿੰਡ ਦੇ ਪਿੰਡ ਵਿੱਚ ਉਸੇ ਹੀ ਭਿੱਖੀ ਦੀ ਕੁੱਲ ਦੇ ਵਿੱਚੋਂ ਜੋ ਸੰਧੂ ਗੋਤ ਸੀ ਇਹਨਾਂ ਦੀ, ਜੱਟ ਜ਼ਿਮੀਂਦਾਰ, ਤੋ ਇਹਨਾਂ ਦੀ ਕੁੱਲ ਵਿੱਚ ਬਾਬਾ ਕਰਮ ਸਿੰਘ ਹੋਏ ਨੇ ਗੁਰੂ ਹਰਿ ਪਾਤਸ਼ਾਹ ਜੀ ਦੇ, ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰੇਮੀ। ਇਹਨਾਂ ਦੇ ਅੱਗੋਂ ਪੁੱਤਰ ਹੋਏ ਨੇ ਬਾਬਾ ਜੀਵਣਾ ਜਿਉਣਾ ਜੀ, ਉਹਨਾਂ ਦੀ ਧਰਮ ਸੁਪਤਨੀ ਵਾਹਿਗੁਰੂ ਬਾਬਾ ਭਗਤਾ ਜੀ, ਤੇ ਉਹਨਾਂ ਦੀ ਧਰਮ ਸੁਪਤਨੀ ਮਾਤਾ ਜਿਉਣੀ ਜੀ। ਤੋ ਇਹ ਵੀ ਬੜੇ ਧਰਮਾਤਮਾ ਪੁਰਸ਼ ਸਨ, ਬੰਦਗੀ ਵਾਲੇ, ਧਰਮ ਦੇ ਕਰਮ ਕਰਨ ਵਾਲੇ। ਜੋ ਵੀ ਕੋਈ ਆਉਂਦਾ ਆਏ ਗਏ ਦੀ ਸੇਵਾ ਬੜੇ ਪਿਆਰ ਦੇ ਨਾਲ ਕਰਨ ਵਾਲੇ। ਤੋ ਇਹਨਾਂ ਦੇ ਘਰ ਦੇ ਵਿੱਚ ਦੱਸਦੇ ਨੇ ਕਿਸੇ ਗੁਰਸਿੱਖ ਨੇ ਆ ਕੇ ਇਹ ਬਚਨ ਕਹੇ ਸਨ, ਜਦੋਂ ਗੰਨੇ ਦਾ ਰਸ ਤੇ ਪ੍ਰਸਾਦਾ ਛਕਾਇਆ ਸੀ ਬਾਬਾ ਭਗਤਾ ਜੀ ਨੇ, ਤਾਂ ਬਚਨ ਕਹੇ ਕਿ ਤੁਸੀਂ ਦੋਵੇਂ ਜਾਣੇ ਹੀ ਲੱਗੇ ਹੋ, ਤੁਹਾਡਾ ਘਰ ਦਾ ਕੋਈ ਹੋਰ ਮੈਂਬਰ, ਤੁਹਾਡਾ ਕੋਈ ਪੁੱਤਰ, ਕਹਿੰਦੇ ਜੀ ਅਜੇ ਤੱਕ ਕਿਰਪਾ ਨਹੀਂ ਹੋਈ, ਸੰਤਾਨ ਨਹੀਂ ਹੋਈ। ਕਹਿੰਦੇ ਕਿ ਤੁਹਾਡੇ ਘਰ ਵਿੱਚ ਇਹੋ ਜਿਹਾ ਮਹਾਨ ਪੁਰਖ ਪੈਦਾ ਹੋਏਗਾ ਜਿਹਦਾ ਚਾਹੋਂ ਕੁੰਟਾਂ ਦੇ ਵਿੱਚ ਤੇਜ ਹੋਵੇਗਾ। ਤੋ ਵੇਖ ਲਓ ਅੱਜ ਦੇਸਾਂ ਵਿਦੇਸਾਂ ਵਿੱਚ ਬਾਬਾ ਦੀਪ ਸਿੰਘ ਜੀ ਦਾ ਜਸ, ਥਾਂ ਪਰ ਥਾਂ ਤੇ ਕਿਹੜਾ ਗੁਰੂ ਘਰ ਹੈ, ਗੁਰਦੁਆਰਾ ਸਾਹਿਬ ਪ੍ਰਦੇਸਾਂ ਵਿੱਚ ਵੀ ਜਾਓ ਬਾਬਾ ਜੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ। ਭਾਵੇਂ ਉਹ ਜਨਮ ਦਿਹਾੜਾ ਹੋਵੇ ਤੇ ਭਾਵੇਂ ਖਾਲਸਾ ਜੀ ਉਹ ਸ਼ਹੀਦੀ ਦਿਹਾੜਾ ਹੋਵੇ। ਇਹ ਇੱਕ ਯੋਧਾ ਹੈ ਜਿਸ ਦਾ ਜਨਮ ਦਿਹਾੜਾ ਵੀ ਮਨਾਇਆ ਜਾਂਦਾ ਹੈ, ਚੜ੍ਹਦੀ ਕਲਾ ਨਾਲ ਵੱਡੀ ਤਗਾਤ ਸੰਗਤਾਂ ਮਨਾਉਂਦੀਆਂ ਨੇ, ਤੇ ਜਿਸ ਦਾ ਸ਼ਹੀਦੀ ਦਿਹਾੜਾ ਵੀ ਬੜੀ ਚੜ੍ਹਦੀ ਕਲਾ ਦੇ ਨਾਲ ਸੰਗਤਾਂ ਮਨਾਉਂਦੀਆਂ ਹਨ। ਤੋ ਅਮਰ ਸ਼ਹੀਦ ਬਾਬਾ ਦੀਪ ਸਿੰਘ 18 ਸਾਲ ਦੀ ਉਮਰ ਵਿੱਚ ਮਹਾਰਾਜ ਜੀ ਤੋਂ ਅੰਮ੍ਰਿਤਪਾਨ ਖੰਡੇ ਬਾਟੇ ਦਾ ਇਸੇ ਜਗ੍ਹਾ ਤੇ ਕੀਤਾ, ਤੇ ਇਤਿਹਾਸ ਵਿੱਚ ਇਹ ਵੀ ਲਿਖਿਆ ਜਿਸ ਦਿਨ ਮਹਾਰਾਜ ਤੋਂ ਅੰਮ੍ਰਿਤ ਛਕਿਆ, 5 ਪਿਆਰਿਆਂ ਵਿੱਚ ਕਲਗੀਧਰ ਪਾਤਸ਼ਾਹ ਜੀ ਆਪ ਮੌਜੂਦ ਸਨ। ਸਤਿਗੁਰਾਂ ਨੇ ਆਪ ਅੰਮ੍ਰਿਤ ਦੀ ਦਾਤ 5 ਪਿਆਰਿਆਂ ਵਿੱਚ ਸ਼ਾਮਲ ਹੋ ਕੇ ਸਾਧ ਸੰਗਤ ਜੀ ਇਸ ਸੂਰਬੀਰ ਬਚਨ ਕੇ ਬਲੀ ਯੋਧੇ ਨੂੰ ਦਿੱਤੀ। ਬੇਅੰਤ ਵਾਰ ਇਸ ਧਰਤੀ ਤੇ ਉਸ ਮਹਾਂਪੁਰਖ ਨੂੰ ਪ੍ਰਾਪਤ ਹੋਏ। ਸੁੰਦਰ ਲਿਖਾਈ ਕਰਕੇ ਲਿਖੇ ਹੋਏ ਹੱਥ ਲਿਖਤ ਗੁਟਕਾ ਸਾਹਿਬ ਦਾ ਨਾਮ ਮਹਾਰਾਜ ਜੀ ਨੇ ਕਿਹਾ ਇਹ ਸੁੰਦਰ ਗੁਟਕਾ ਹੈ। ਉਸ ਦਾ ਨਾਮ ਹੀ ਸੁੰਦਰ ਗੁਟਕਾ ਪੈ ਗਿਆ। ਅੱਜ ਵੀ ਤੁਸੀਂ ਦੇਖੋ ਗੁਟਕਾ ਸਾਹਿਬ ਦੇ ਉੱਪਰ ਲਿਖਿਆ ਹੁੰਦਾ ਹੈ ਸੁੰਦਰ ਗੁਟਕਾ। ਇਹ ਉਦੋਂ ਤੋਂ ਮਹਾਰਾਜ ਜੀ ਦੇ ਬਚਨਾਂ ਤੋਂ ਸਾਧ ਸੰਗਤ ਜੀ ਇਹ ਨਾਮ ਪਿਆ ਹੈ। ਫਿਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰਚਨ ਵਾਲੇ ਵੀ ਕਲਮਾਂ ਦੀ, ਸਿਆਹੀ ਦੀ, ਦਵਾਤ ਦੀ, ਇਹ ਸਭ ਸੇਵਾ ਕਾਗਜ਼ ਦੀ ਬੜੀ ਕਠਿਨ ਸੇਵਾ ਉਸ ਸਮੇਂ। ਅੱਜ ਤਾਂ ਕਾਗਜ਼ ਖਰੀਦ ਕੇ ਪੰਡਾਂ ਦੀਆਂ ਪੰਡਾਂ ਲੈ ਆਓ, ਪਰ ਉਦੋਂ ਕਾਗਜ਼ ਹੱਥੀਂ ਬਣਾਉਣੇ ਪੈਂਦੇ ਸਨ। ਦਰਖਤਾਂ ਦੇ ਪੱਤਰਿਆਂ ਆਦਿਕ ਦੇ, ਤਾਰ ਦੇ ਦਰਖਤ ਨੂੰ ਪ੍ਰਾਪਤ ਕਰਕੇ ਉਹਦੇ ਕਾਗਜ਼ ਬਣਾਉਣੇ ਪੈਂਦੇ ਸਨ। ਸਿਆਹੀ ਕਿਵੇਂ ਤਿਆਰ ਹੁੰਦੀ ਸੀ? ਅੱਜ ਤਾਂ ਬਣੀ ਬਣਾਈ ਸਿਆਹੀ ਜਿੰਨੀ ਮਰਜ਼ੀ ਲੈ ਆਓ। ਉਦੋਂ ਸਿਆਹੀ ਵੀ ਆਪ ਪੀ ਕੇ ਫਿਰ ਘੋਲ ਕੇ ਫਿਰ ਭਾਂਡੇ ਵਿੱਚ ਪਾ ਕਰਕੇ ਉਹ ਸਿਆਹੀ ਤਿਆਰ ਕਰਨੀ ਪੈਂਦੀ ਸੀ। ਕਿੰਨੀ ਸਿਆਹੀ ਤਿਆਰ ਕੀਤੀ, ਕਿੰਨਾ ਕਾਗਜ਼ ਤਿਆਰ ਕੀਤਾ। ਮੈਂ ਨਾ ਉਹ ਕਾਗਜ਼ ਵੀ ਧਨਤਾ ਦੇ ਯੋਗ ਹੋ ਗਿਆ ਜਿਹਨੂੰ ਬ੍ਰਹਮ ਗਿਆਨੀ ਮਹਾਂਪੁਰਖਾਂ ਨੇ ਤਿਆਰ ਕੀਤਾ। ਉਹ ਸਿਆਹੀ ਵੀ ਧਨ ਹੋ ਗਈ ਭਾਈ। ਉਹ ਕਲਮਾਂ ਵੀ ਧਨ ਜੋ ਬਾਬਾ ਦੀਪ ਸਿੰਘ ਨੇ ਘੜੀਆਂ, ਤੇ ਜਿਸ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖੀ ਗਈ, ਉਹ ਕਾਗਜ਼ ਵੀ ਧਨ ਹੋ ਗਏ। ਤੋ ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ, ਉਹ ਭਾਈ ਮਣੀ ਸਿੰਘ ਸਾਹਿਬ ਜੀ, ਉਹ ਵੀ ਧਨਤਾ ਦੇ ਯੋਗ, ਤੇ ਜਿਨ੍ਹਾਂ ਨੇ ਸੱਚ ਨਾਮ ਲਿਖਾਇਆ ਉਹ ਤਾਂ ਹੈ ਹੀ ਮਹਾਰਾਜ ਸਾਹਿਬ ਸਭ ਨੂੰ ਧੰਨ ਧੰਨ ਕਰਨ ਵਾਲੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ।
ਤੋ ਬੇਅੰਤ ਪਰਉਪਕਾਰ ਨੇ ਜਿਹੜੇ ਗਿਣੇ ਨਹੀਂ ਜਾ ਸਕਦੇ। ਸਾਹਿਬਜ਼ਾਦਿਆਂ ਦੇ ਦੁਸ਼ਟਾਂ ਨੂੰ ਸੋਧਣ ਵਿੱਚ ਵੀ ਅੱਗੇ ਹੋ ਕੇ ਮਾਝੇ ਮਾਲਵੇ ਦੇ ਜਰਨੈਲਾਂ ਨੂੰ ਨਾਲ ਲੈ ਕੇ ਇਹਨਾਂ ਤੁਰਕਾਂ ਨੂੰ ਸੋਧਣਾ। ਇੱਕ ਦੰਦ ਟੁੱਟਣ ਤੋਂ ਨਾਮ ਪੰਥ ਨੇ ਰੱਖਣਾ ਜਿੰਦਾ ਸ਼ਹੀਦ ਬਾਬਾ ਦੀਪ ਸਿੰਘ ਜੀ। ਇਹ ਸਰਹੰਦ ਨੂੰ ਜਦੋਂ ਪੁਜਾੜਿਆ ਸੀ। ਫਿਰ ਹੋਰ ਵੀ ਜੰਗਾਂ ਦੇ ਵਿੱਚ ਸਾਧ ਸੰਗਤ ਜੀ ਨਸੀਰੂਦੀਨ ਨਵਾਬ ਤੋਂ ਇੱਕ ਬ੍ਰਾਹਮਣ ਦੀ ਲੜਕੀ ਨੂੰ ਛਡਾਉਣਾ, ਕਰਮਚੰਦ ਬ੍ਰਾਹਮਣ ਦੀਆਂ 2 ਲੜਕੀਆਂ ਛਡਾਉਣੀਆਂ, ਹਰੀਦਾਸ ਬ੍ਰਾਹਮਣ ਦੀਆਂ 2, ਵਾਹਿਗੁਰੂ ਇੱਕ ਲੜਕੀ ਜ਼ਕਰੀਏ ਦੇ ਜੀਜੇ ਗੁਫਾਰੂਦੀਨ ਤੋਂ ਛਡਾਉਣੀ। ਬੇਅੰਤ ਇਸ ਤਰ੍ਹਾਂ ਦੇ ਕਾਰਨਾਮੇ ਬਾਬਾ ਦੀਪ ਸਿੰਘ ਜੀ ਦੇ ਜੀਵਨ ਵਿੱਚ। ਜਦੋਂ ਛੋਟਾ ਘੱਲੂਘਾਰਾ ਹੋਇਆ ਸੀ, ਪੰਥ ਨੂੰ ਬਚਾਇਆ ਬੜੇ ਹੀ ਤਰੀਕੇ ਦੇ ਨਾਲ, ਉਸਾਰੂ ਸੋਚ ਨੀਤੀ ਦੇ ਨਾਲ। ਕਾਹਨੂੰਵਾਨ ਦੇ ਛੰਬ ਵਿੱਚੋਂ ਇਸ ਬਾਬਾ ਦੀਪ ਸਿੰਘ ਨੇ, ਉਦੋਂ ਵੀ ਨਾਲ ਸਨ ਛੋਟੇ ਘੱਲੂਘਾਰੇ ਦੇ ਵੇਲੇ ਵੀ ਸਾਧ ਸੰਗਤ ਜੀ। ਤੋ ਜਦੋਂ ਨਵਾਬੀ ਦਿੱਤੀ ਸੀ, ਪੰਥ ਕਹਿਣ ਲੱਗਾ ਬਾਬਾ ਦੀਪ ਸਿੰਘ ਨੂੰ ਦਿੱਤੀ ਜਾਵੇ। ਬਾਬਾ ਜੀ ਕਹਿਣ ਲੱਗੇ ਨਹੀਂ ਭਾਈ, ਇਹ ਨਵਾਬੀ ਦੇ ਯੋਗ ਮਹਾਨ ਸੇਵਾਦਾਰ ਨਵਾਬ ਕਪੂਰ ਸਿੰਘ ਘੋੜਿਆਂ ਦੀ ਲਿੱਦ ਹਟਾ ਰਹੇ ਸਨ, ਜਿਹੜੇ 5 ਸਿੰਘਾਂ ਦੇ ਚਰਨਾਂ ਨੂੰ ਸਹਾ ਕੇ ਨਵਾਬੀ ਦਿੱਤੀ। ਦਰਬਾਰਾ ਸਿੰਘ ਤੋਂ ਜੱਸਾ ਸਿੰਘ, ਬਾਬਾ ਦੀਪ ਸਿੰਘ ਜੀ ਵਰਗੇ, ਉਹਨਾਂ ਵਿੱਚ ਵੀ ਇਹ 5 ਸਿੰਘਾਂ ਵਿੱਚ ਸ਼ਾਮਲ। ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਗੁਰਤਾ ਗੱਦੀ ਦਿੱਤੀ, ਉਦੋਂ ਵੀ 5 ਸਿੰਘਾਂ ਵਿੱਚ ਸ਼ਾਮਲ ਬਾਬਾ ਦੀਪ ਸਿੰਘ ਜੀ, ਜਥੇਦਾਰ ਸੰਤੋਖ ਸਿੰਘ, ਬਾਬਾ ਹਰ ਸਿੰਘ, ਬਾਬਾ ਗੁਰਬਖਸ਼ ਸਿੰਘ ਜੀ ਤੋਂ ਬਾਬਾ ਦੀਪ ਸਿੰਘ ਜੀ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਪਿਆਰੇ ਧਰਮ ਸਿੰਘ। ਤੋ ਜਦੋਂ ਵੀ ਪੰਥ ਨੂੰ ਕੋਈ ਫੁੱਟ ਪਈ ਜਾਂ ਪੰਥ ਨੂੰ ਘਾਟ ਨਜ਼ਰ ਆਈ, ਪੰਥ ਦੇ ਵਿੱਚ ਕੋਈ ਆਪਸ ਵਿੱਚ, ਤਾਂ ਬਾਬਾ ਦੀਪ ਸਿੰਘ ਜੀ ਨੂੰ ਬੁਲਾਇਆ ਗਿਆ। ਵਿੱਚ ਪੈ ਕਰਕੇ ਪੰਥ ਦੀਆਂ ਫੁੱਟਾਂ ਨੂੰ ਦੂਰ ਕਰਨ ਦੇ ਵਿੱਚ ਵਿਸ਼ੇਸ਼ ਹਿੱਸਾ ਬਾਬਾ ਦੀਪ ਸਿੰਘ ਵਰਗੇ ਯੋਧੇ ਪਾਉਂਦੇ ਰਹੇ। ਤੋ ਸਾਧ ਸੰਗਤ ਜੀ, ਸ਼ਹੀਦ ਮਿਸਲਾਂ ਦੀ ਉਹਦੇ ਵੀ ਜਥੇਦਾਰ ਮੁਖੀ ਬਾਬਾ ਦੀਪ ਸਿੰਘ ਨੂੰ ਬਣਾਇਆ ਸੀ ਕਿ ਤੁਸੀਂ 10ਵੇਂ ਪਾਤਸ਼ਾਹ ਦੇ ਨਾਲ ਰਹੇ ਹੋ। ਸ਼ਹੀਦਾਂ ਦੀ ਮਿਸਲ ਦੇ ਜਥੇਦਾਰ, ਬੁੱਢਾ ਦਲ ਦੇ ਜਥੇਦਾਰ ਵੀ ਬਾਬਾ ਦੀਪ ਸਿੰਘ ਨੂੰ ਥਾਪਿਆ ਗਿਆ। ਸਰਦਾਰ ਜੱਸਾ ਸਿੰਘ, ਨਵਾਬ ਕਪੂਰ ਸਿੰਘ ਤੋਂ ਪਹਿਲਾਂ ਦੀਆਂ ਇਹ ਘਟਨਾਵਾਂ ਨੇ। ਇਸੇ ਤਰ੍ਹਾਂ ਸਾਧ ਸੰਗਤ ਜੀ ਤਰਨਾ ਦਲ ਦੇ ਜਥੇਦਾਰ ਬਾਬਾ ਦੀਪ ਸਿੰਘ ਨੂੰ ਥਾਪਿਆ ਗਿਆ। ਦਮਦਮੀ ਟਕਸਾਲ ਦੇ ਜਥੇਦਾਰ ਤਾਂ ਕਲਗੀਧਰ ਪਾਤਸ਼ਾਹ ਆਪ ਹੀ ਥਾਪ ਕੇ ਗਏ ਸਨ। ਤੋ ਇਸ ਕਰਕੇ ਇਹਨਾਂ ਦੇ ਗੁਣਾਂ ਨੂੰ ਦੇਖਦਿਆਂ ਪੰਥ ਨੇ ਇਹਨਾਂ ਨੂੰ ਮਹਾਨ ਵਡਿਆਈਆਂ ਦਿੱਤੀਆਂ ਸਾਧ ਸੰਗਤ ਜੀ। ਔਰ ਅਖੀਰ ਨੂੰ ਦੇਖੋ ਫਿਰ ਕਿਵੇਂ ਵੱਡੀ ਸੇਵਾ ਕਰਕੇ ਤੇ ਗਿਲਜਿਆਂ ਨੂੰ ਕੱਢ ਕੇ ਉਹਨਾਂ ਚਿਰ ਸਿਰ ਨਹੀਂ ਅਰਪਿਆ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ, ਜਿੰਨਾ ਚਿਰ ਅੰਮ੍ਰਿਤਸਰ ਵਿੱਚੋਂ ਇਹ ਤੁਰਕ ਭਜਾ ਨਹੀਂ ਸੀ ਦਿੱਤੇ। ਤੇ ਜਿਹੜੇ ਪਕੜੇ ਸਨ ਉਹਨਾਂ ਨੂੰ ਪਕੜ ਕੇ ਸਾਰੀ ਮਿੱਟੀ ਕਢਵਾਈ ਸੀ। ਇਤਿਹਾਸ ਦੱਸਦਾ ਉਹਨਾਂ ਚਿਰ ਸ਼ਾਂਤ ਨਹੀਂ ਹੋਏ ਬਾਬਾ ਦੀਪ ਸਿੰਘ। ਭਾਵੇਂ ਧੜ ਦੇ ਨਾਲੋਂ ਸਿਰ ਵੱਖਰਾ ਵੀ ਹੋ ਗਿਆ, ਪਰ ਸ਼ਾਂਤ ਨਹੀਂ ਹੋਏ ਉਹਨਾਂ ਚਿਰ ਜਿੰਨਾ ਚਿਰ ਸਾਰਾ ਸਰੋਵਰ ਖਾਲੀ ਨਹੀਂ ਸੀ ਮਿੱਟੀ ਨਾਲ ਬਾਹਰ ਕਢਵਾ ਕੇ ਕਰਵਾ ਦਿੱਤਾ। ਫਿਰ ਜਾ ਕੇ ਮਹਾਰਾਜ ਦੇ ਚਰਨਾਂ 'ਚ ਸ਼ਾਂਤੀ ਆਪਣਾ ਸਿਰ ਰੱਖ ਕੇ ਤੇ ਫਿਰ ਸਾਧ ਸੰਗਤ ਜੀ ਟਿਕਾ ਪਾ ਗਏ, ਉੱਥੇ ਹੀ ਸਦਾ ਲਈ ਮਹਾਰਾਜ ਦੇ ਵਿੱਚ ਸਮਾ ਗਏ। ਤੋ ਉਸ ਮਹਾਨ ਪੁਰਖ ਦੇ ਜਨਮ ਦਿਨ ਦੀਆਂ, ਆਗਮਨ ਦੀਆਂ ਸਭ ਸੰਗਤਾਂ ਨੂੰ ਬੇਅੰਤ ਬਹੁਤ ਬਹੁਤ ਸਵਾਸ ਵਧਾਈਆਂ ਹੋਵਨ। ਤੇ ਨਾਲ ਹੀ ਬੇਨਤੀਆਂ ਕਰੀਏ, ਮਹਾਰਾਜ ਚੋਜੀ ਪ੍ਰੀਤਮ ਕਲਗੀਆਂ ਵਾਲਿਆ, ਕਿਤੇ ਕਿਣਕਾ ਮਾਤਰ ਉਹ ਗੁਣ ਸਾਡੇ ਵਿੱਚ ਵੀ ਆ ਜਾਣ, ਕਿਉਂਕਿ ਇਸ ਤਰ੍ਹਾਂ ਦੇ ਸਮੂਹ ਗੁਣਾਂ ਨੂੰ ਪਾਉਣਾ ਤਾਂ ਬੜਾ ਕਠਿਨ ਹੈ। ਪਰ ਕਿਤੇ ਕਿਣਕਾ ਗੁਣ ਬਾਬਾ ਦੀਪ ਸਿੰਘ ਮਹਾਂਪੁਰਖਾਂ ਵਾਲੇ, ਰਹਿਤ ਵਾਲੇ, ਬਾਣੇ ਦੀ ਪਰਪੱਕਤਾ ਵਾਲੇ ਸਾਨੂੰ ਵੀ ਦੇ ਦਿਓ, ਤਾਂ ਕਿ ਅਸੀਂ ਵੀ ਆਪਣਾ ਜੀਵਨ ਸਫਲ ਕਰ ਸਕੀਏ। ਆਓ ਗੁਰ ਇਤਿਹਾਸ ਦੀ ਕਥਾ ਜਿਤਨਾ ਕੁ ਬਾਕੀ ਸਮਾਂ ਹੈ ਇਕਾਗਰਤਾ ਦੇ ਨਾਲ ਸਰਵਣ ਕਰੀਏ।
ਮਹਾਰਾਜ ਦਮਦਮਾ ਸਾਹਿਬ ਤੋਂ ਅੱਗੇ ਚੱਲ ਕਰਕੇ ਬੜੇ ਪਿੰਡ ਵਿੱਚ ਚਮਾਸਾ ਕੱਟਿਆ ਹੈ। ਇਸ ਤੋਂ ਅੱਗੇ ਮਹਾਰਾਜ ਧਮਧਾਨ ਸਾਹਿਬ ਪਹੁੰਚੇ ਨੇ। ਜਿਵੇਂ ਇੱਕ ਜ਼ਿਮੀਂਦਾਰ ਮੱਝ ਦਾ ਦੁੱਧ ਚੋ ਕੇ ਲੈ ਕੇ ਆਇਆ ਸੀ, ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਇਹ ਦੁੱਧ ਨਹੀਂ, ਇਹ ਤਾਂ ਖੂਨ ਹੈ, ਰਕਤ ਹੈ। ਤੁਸੀਂ ਪਾਪ ਕਰਨ ਵਾਲੇ ਪਾਪੀ ਲੋਕ ਹੋ, ਜੋ ਮੱਝਾਂ ਗਾਵਾਂ ਹਨ ਉਹਨਾਂ ਦੇ ਬੁੱਝੇ ਦੇ ਕੇ ਤੇ ਮੱਝਾਂ ਨੂੰ ਚੋਂਦੇ ਹੋ ਕਸ਼ਟ ਦੇ ਕਰਕੇ, ਇਸ ਕਰਕੇ ਅਸੀਂ ਤੁਹਾਡਾ ਦੁੱਧ ਨਹੀਂ ਪੀਵਾਂਗੇ। ਇਹ ਪ੍ਰਸੰਗ ਪਿੱਛੇ ਆਏ ਨੇ। ਆਓ ਅੱਗੇ ਆ ਰਹੀ ਇਤਿਹਾਸ ਦੀ ਕਥਾ ਨੂੰ ਇਕਾਗਰਤਾ ਦੇ ਨਾਲ ਸੁਣੀਏ। ਇੱਕ ਵਾਰ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਰਹੇ ਗ੍ਰਾਮ ਧਮਧਾਨ ਢਿਗ, ਨਿਤ ਅਖੀਰ ਬ੍ਰਿਤ ਜਾਈ। ਬੜੇ ਚਾਅ ਦੇ ਨਾਲ ਅਖੀਰ ਬਿਰਤੀ ਨੂੰ ਧਾਰ ਕੇ ਬਾਹਰ ਜੰਗਲ ਵਿੱਚ ਸੈਰ ਕਰਨੀ, ਮਹਾਰਾਜ ਧਮਧਾਨ ਸਾਹਿਬ ਦੀ ਪਾਵਨ ਧਰਤੀ ਨੂੰ ਬਣਾਉਂਦੇ ਹੋਏ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਕਰਤ ਨਿਹਾਲ ਅਨੇਕ ਕੋ, ਆਵੇ ਨਰ ਸਮੁਦਾਇ। ਬਹੁਤ ਸਾਰੇ ਮਨੁੱਖ ਇਸਤਰੀਆਂ ਮਹਾਰਾਜ ਜੀ ਦੇ ਦਰਸ਼ਨ ਕਰਨ ਆਉਂਦੇ ਨੇ। ਭਾਵਨਾ ਦੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਨਿਹਾਲ ਕਰਦੇ ਹਨ। ਚੌਪਈ ਮਾਤ ਨਾਨਕੀ ਸਾਥ ਸਹਿਤ ਹੈ, ਸ਼੍ਰੀ ਗੁਜਰੀ ਨਿਜ ਨੁਖਾ ਸਹਿਤ ਹੈ। ਮਾਤਾ ਨਾਨਕੀ ਜੀ ਮਹਾਰਾਜ ਸਾਹਿਬ ਜੀ ਦੇ ਨਾਲ ਹੀ ਰਹਿੰਦੇ ਹਨ ਸਦੀਵੀ ਕਾਲ। ਜੋ ਮਾਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹਨ ਔਰ ਮਹਾਰਾਜ ਸਾਹਿਬ ਜੀ ਦੇ ਮਹਿਲ ਸਾਡੇ ਮਾਤਾ ਗੁਜਰ ਕੌਰ ਜੀ ਜੋ ਮਾਤਾ ਨਾਨਕੀ ਜੀ ਦੇ ਨੌਂ ਜੀ ਹਨ, ਉਹ ਵੀ ਨਾਲ ਹਨ। ਬਹੁਤ ਦਿਵਸ ਡੇਰਾ ਤਹਿ ਰਹਿਓ, ਬਹੁਤ ਦਿਨ ਮਹਾਰਾਜ ਜੀ ਨੇ ਉੱਥੇ ਡੇਰਾ ਕੀਤਾ ਹੈ। ਮੰਗਲ ਨਿਤ ਆਨੰਦ ਗੁਰ ਲਹਿਓ, ਇਸ ਤਰ੍ਹਾਂ ਉਸ ਪੁਰੀ ਦੇ ਵਿੱਚ ਨਿਤਾ ਪ੍ਰਤੀ ਹੀ ਆਨੰਦ ਮੰਗਲ ਹੋ ਰਹੇ ਹਨ। ਧਮਧਾਨ ਸਾਹਿਬ ਨੰਦ ਲਾਲ ਸੋਹਣੇ ਕੋ ਨੰਦ, ਜੋ ਭਾਈ ਸੋਹਣਾ ਜੀ ਦਾ ਪੁੱਤਰ ਨੰਦ ਲਾਲ ਹੈ। ਗੁਰ ਗ੍ਰਹਿ ਸੇਵਾ ਲੱਗਿਓ ਬਿਲੰਦ, ਇਹ ਗੁਰੂ ਸਾਹਿਬ ਜੀ ਦੀ ਭਾਰੀ ਸੇਵਾ ਦੇ ਵਿੱਚ ਧਮਧਾਨ ਸਾਹਿਬ ਵਿਖੇ ਲੱਗ ਗਿਆ। ਮੇਹਾ ਨਾਮ ਤਿਸੀ ਕੋ ਹੈ, ਜੋ ਸਾਖੀ ਪੋਥੀ ਉਹਦੇ ਵਿੱਚ ਨਾਮ ਫੇਰੂ ਲਿਖਿਆ ਹੈ। ਤੇ ਇੱਥੇ ਕਵੀ ਜੀ ਕਹਿ ਰਹੇ ਉਹਨਾਂ ਦਾ ਨਾਮ ਭਾਈ ਮੇਹਾ ਜੀ ਵੀ ਕਿਹਾ ਜਾਂਦਾ ਸੀ। ਸੇਵਾ ਅਧਿਕ ਸੇਵ ਤੋਰ ਹੈ, ਬਹੁਤ ਭਾਰੀ ਸਤਿਗੁਰਾਂ ਦੀ ਸੰਗਤ ਦੀ ਸੇਵਾ ਕਰਦਾ ਰਹਿੰਦਾ ਹੈ। ਤਹ ਜਲ ਹੁਤੋ ਦੂਰ ਤੇ ਲਿਆਵਨ, ਉਥੋਂ ਜਲ ਵਾਲਾ ਖੂਹ ਦੂਰ ਸੀ ਤੇ ਦੂਰੋਂ ਜਲ ਭਰ ਕੇ ਲੈ ਕੇ ਆਇਆ ਕਰਦਾ ਸਿਰ ਤੇ ਚੁੱਕ ਕੇ। ਸਿਰ ਧਰ ਢੋਵਤ ਚਹਿ ਮਨ ਪਾਵਨ, ਸੋ ਸਿਰ ਤੇ ਜਲ ਢੋਂਦਾ ਹੋਇਆ ਮਨ ਭਾਉਂਦੀ ਸੇਵਾ ਭਾਵਨਾ ਦੇ ਨਾਲ ਕਰਦਾ। ਭਗਤ ਭਾਉ ਮੈਂ ਰੰਗਿਓ ਮਨ ਕੋ, ਚਾਹੁੰਦਾ ਹੈ ਮਨ ਪਾਵਨ ਹੋ ਜਾਵੇ, ਭਾਉ ਭਗਤੀ ਵਿੱਚ ਮਨ ਰੰਗਿਆ ਹੋਇਆ ਹੈ। ਨਹਿ ਸੁਖ ਠਾਨਤ ਹੈ ਕਬ ਤਨ ਕੋ, ਕਦੇ ਵੀ ਆਪਣੇ ਸਰੀਰ ਦੇ ਸੁੱਖਾਂ ਬਾਰੇ ਨਹੀਂ ਸੋਚਦਾ ਕਿ ਸਰੀਰ ਨੂੰ ਵੀ ਕੁਝ ਆਰਾਮ ਦੇਣਾ ਚਾਹੀਦਾ, ਸੁੱਖ ਦੇਣਾ ਚਾਹੀਦਾ ਹੈ। ਪ੍ਰੇਮ ਬਿਖੈ ਸੇਵਤ ਸਤ ਗੁਰ ਕੋ, ਬੜੇ ਪ੍ਰੇਮ ਵਿੱਚ ਭੇਜ ਕੇ ਸਤਿਗੁਰਾਂ ਦੀ ਸੇਵਾ ਕਰਦਾ ਹੈ। ਲਾਗੀ ਲਗਨ ਇਸੀ ਬਿਦ ਔਰ ਕੋ, ਹਿਰਦੇ ਵਿੱਚ ਇਸ ਤਰ੍ਹਾਂ ਦੇ ਪ੍ਰੇਮ ਦੇ ਰੰਗ ਦੀ ਜਿਹੜੀ ਲਗਨ ਲੱਗ ਗਈ ਇਸ ਪ੍ਰੇਮੀ ਨੂੰ। ਕਿਸ ਕੋ ਸਾਥ ਨ ਬੋਲੇ ਕਬਹੂ, ਕਦੇ ਵੀ ਕਿਸੇ ਦੇ ਨਾਲ ਕੋਈ ਬਚਨ ਨਹੀਂ ਕਰਦਾ। ਸੇਵਕ ਹੋਣਾ ਹੀ ਇਸ ਤਰ੍ਹਾਂ ਦਾ ਚਾਹੀਦਾ ਹੈ ਕਿ ਹਿਰਦੇ ਵਿੱਚ ਗਿਆਨ, ਮੁਖ ਵਿੱਚ ਭਗਤੀ, ਨੇਤਰਾਂ ਵਿੱਚ ਸਤਿਗੁਰਾਂ ਦਾ ਸਰੂਪ ਟਿਕਿਆ ਹੋਵੇ ਤੇ ਸੇਵਾ ਕਰਦਾ ਰਹੇ। ਸੋ ਨਾਨਕ ਕਹਿ ਤੋ ਇਹੋ ਵਿਚਾਰਾ, ਜੇ ਸੇਵੈ ਸੋ ਪਾਰ ਗ੍ਰਾਮੀ, ਗੁਰ ਸੇਵੋ ਅਰ ਨਾਮ ਧਿਆਵੋ, ਤਿਆਗੋ ਮਨੋ ਗੁਮਾਨੀ। ਇਹ ਤਿੰਨ ਗੁਣ ਹੋਵਨ
ਤਾਂ ਸੇਵਕ ਨੂੰ ਫਲ ਮਿਲਦਾ ਹੈ। ਜਿਤੋ ਖਰਚ ਜਲ ਆਨੈ ਸਭੂ। ਜਿਤਨਾ ਵੀ ਲੱਗਦਾ ਹੈ, ਖਰਚ ਹੁੰਦਾ ਹੈ, ਇਹ ਪਾਣੀ ਲੰਗਰ ਦੇ ਵਿੱਚ ਜਾਂ ਘੋੜਿਆਂ ਵਾਸਤੇ, ਮੱਝਾਂ ਜਿਹੜੀਆਂ ਮਹਾਰਾਜ ਨੇ ਰੱਖੀਆਂ ਉਹਨਾਂ ਦੇ ਵਾਸਤੇ, ਉਹ ਜਿਤਨਾ ਵੀ ਜਲ ਚਾਹੀਦਾ ਹੈ। ਵਾਹਿਗੁਰੂ ਸਿਮਰਨ ਉਰ ਕਰਤਾ। ਇਹ ਵਾਹਿਗੁਰੂ ਵਾਹਿਗੁਰੂ ਕਰਦਾ ਹੋਇਆ, ਨਾਮ ਜਪਦਾ ਹੋਇਆ ਜਲ ਲੈ ਕੇ ਆਉਂਦਾ, ਕਿਸੇ ਨਾਲ ਵੀ ਨਹੀਂ ਬੋਲਦਾ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਮੁਰੀਦ ਹੁੰਦਾ ਹੀ ਉਹ ਹੈ ਜਿਹੜਾ ਗੱਲਾਂ ਵਿੱਚ ਨਾ ਪਵੇ, ਕਿਉਂਕਿ ਗੱਲਾਂ ਕਰਨ ਲੱਗ ਪਿਆ, ਕਿਸੇ ਦੀ ਸਿਫਤ, ਕਿਸੇ ਦੀ ਚੁਗਲੀ, ਕਿਸੇ ਦੀ ਨਿੰਦਾ। ਤੋ ਇਸ ਤਰ੍ਹਾਂ ਫਿਰ ਸਾਧ ਸੰਗਤ ਜੀ, ਰਸਨਾ ਦਾ ਸੁਭਾਅ ਹੀ ਇਸ ਤਰ੍ਹਾਂ ਦਾ ਹੁੰਦਾ ਹੈ। ਕੰਨਾਂ ਦਾ ਵੀ ਸੁਭਾਅ ਸੁਣਨ ਦਾ ਰਸ ਪੈ ਜਾਂਦਾ ਹੈ। ਸੇਵਕ ਉਹ ਨਿਭਦਾ ਹੈ ਜਿਹੜਾ ਗੁਰਮੁਖੋ ਚੁਗਲੀ ਨਿੰਦਾ ਤੋਂ ਆਪਣੇ ਕੰਨਾਂ ਨੂੰ, ਆਪਣੀਆਂ ਜ਼ਬਾਨ ਨੂੰ ਇਹ ਦੂਰ ਰੱਖੇ। ਕੰਨੀ ਬੁੱਝੇ ਦੇ ਰਹਾ, ਕੀਤੀ ਵੱਗੈ ਪਾਉਣ। ਭਾਗ ਜਗੇ ਸ਼ਰਦਾ ਗੁਰ ਧਰਤਾ। ਬੜੇ ਚੰਗੇ ਭਾਗ ਜਾਗੇ ਨੇ, ਬੜਾ ਪ੍ਰੇਮ ਧਾਰਦਾ ਹੈ ਮਹਾਰਾਜ ਜੀ ਨਾਲ। ਖਾਨ ਪਾਨ ਕਿਛ ਸਹਿਜ ਮਿਲੇ। ਸਹਿਜੇ ਹੀ ਸੁੱਤੇ ਸਿੱਧੀ ਕੁਝ ਛਕਣ ਨੂੰ, ਪੀਣ ਨੂੰ ਮਿਲ ਜਾਵੇ ਤਾਂ ਛਕ ਲੈਂਦਾ ਹੈ। ਖਾਏ ਅਲਪ ਸੇਵੈ ਗੁਰ ਭਲੇ। ਥੋੜਾ ਹੀ ਛਕਦਾ, ਜੇ ਮਿਲ ਜਾਵੇ ਤਾਂ ਉਹਦੇ ਚੋਂ ਵੀ ਥੋੜਾ ਹੀ ਛਕਦਾ ਹੈ। ਅਲਪ ਆਹਾਰ ਸੁਲਪਛੀ ਨਿੰਦਰਾ ਵਾਲੀ ਅਵਸਥਾ ਹੈ। ਭੋਜਨ ਕੀਰ ਸਵਾਦ ਨਹਿ ਧਰੈ। ਭੋਜਨ ਪਦਾਰਥ ਛਕਣ ਦਾ ਸਵਾਦ ਜੀਭ ਤੇ ਨਹੀਂ ਧਾਰਿਆ। ਮਿਲੈ ਜਥਾ ਸੁਖੈ ਭੋ ਕਰੈ। ਜੋ ਵੀ ਜਥਾ ਜੋਗ ਮਿਲ ਜਾਂਦਾ ਹੈ, ਆਨੰਦ ਪ੍ਰਸੰਨ ਹੋ ਕੇ ਛਕ ਲੈਂਦਾ ਹੈ। ਗਾਗਰ ਕੋ ਸਿਰ ਪਰ ਧਰ ਲਿਆਵੈ। ਜਲ ਦੀ ਗਾਗਰ ਭਾਰੀ ਸਿਰ ਤੇ ਭਾਰ ਚੁੱਕ ਕੇ ਲਿਆਉਂਦਾ ਹੈ। ਦੇ ਕਰ ਤਿਸ ਕੋ ਔਰ ਲਿਜਾਵੈ। ਉਹ ਪਾਣੀ ਦੇ ਕਰਕੇ ਲੰਗਰ ਦੇ ਵਿੱਚ ਜਿੱਥੇ ਚਾਹੀਦਾ ਫੇਰ ਪਾਣੀ ਲੈਣ ਵਾਸਤੇ ਚਲਾ ਜਾਂਦਾ ਹੈ। ਜਲ ਕੀ ਤੋਟ ਨਾ ਹੋਨ ਪਾਵੈ। ਜਲ ਲਿਆਉਣ ਦੀ ਕੋਈ ਤੋਟ ਨਹੀਂ ਆਉਣ ਦਿੰਦਾ ਕਿ ਲੰਗਰ ਵਿੱਚ ਕੋਈ ਜਲ ਪਾਣੀ ਦੀ ਕਿਸੇ ਪਾਸੇ ਵੱਲੋਂ ਤੋਟ ਆ ਜਾਵੇ, ਕਿਉਂਕਿ ਮਹਾਰਾਜ ਦਾ ਡੇਰਾ ਬੜਾ ਵੱਡਾ ਹੈ। ਕਿੱਧਰੇ ਕਿੰਨੇ ਘੋੜੇ ਨੇ, ਕਿੱਧਰ ਸਾਧ ਸੰਗਤ ਜੀ, ਸੇਵਕ ਸਿੱਖ, ਲੰਗਰ ਚੱਲ ਰਿਹਾ ਹੈ, ਮੱਝਾਂ ਵੀ ਹਨ, ਸਭ ਥਾਵਾਂ ਤੇ ਜਲ ਚਾਹੀਦਾ ਹੈ। ਤੋ ਜਲ ਦੀ ਕੋਈ ਤੋਟ ਨਹੀਂ ਆਉਣ ਦਿੰਦਾ। ਨਿਸ ਮਹਿ ਤਮ ਹੋਏ ਤੋ ਭਰ ਲਿਆਵੈ। ਕਹਿੰਦੇ ਰਾਤ ਹਨੇਰੇ ਵਿੱਚ ਵੀ ਭਰ ਕੇ ਗਾਗਰ ਲੈ ਕੇ ਆਉਂਦਾ ਹੈ। ਇਕ ਸੇਵਾ ਮਹਿ ਭਾਵ ਲਾਖੀ। ਬੜਾ ਭਾਰੀ ਅਵਿਲਾਖੀ ਬਣਿਆ, ਗੁਰੂ ਚਰਨਾਂ ਦਾ ਪ੍ਰੇਮੀ, ਇੱਕ ਸੇਵਾ ਵਿੱਚ ਹੀ ਮਨ ਰੰਗਿਆ ਹੈ। ਅਪਰ ਨਹੀਂ ਕਿਸ ਬਿਦ ਕੋ ਕਾਂਖੀ। ਹੋਰ ਕੋਈ ਇੱਛਾ ਨਹੀਂ, ਬਸ ਸੇਵਾ ਕਰਨ ਦਾ ਹੀ ਚਾਹ ਹੈ। ਗਾਗਰ ਤੇ ਛਿਲ ਗਾ ਸਿਰ ਮਾਸ। ਇਸ ਤਰ੍ਹਾਂ ਗਾਗਰ ਸਿਰ ਤੇ ਚੁੱਕ ਚੁੱਕ ਕੇ ਮਾਸ ਜਿਹੜਾ ਹੈ ਨਾ, ਉਹ ਰਗੜਿਆ ਗਿਆ, ਸਿਰ ਦਾ ਭਾਵ ਕਿ ਛਿਲਿਆ ਗਿਆ। ਦਿਨ ਪ੍ਰਤ ਬਦਤ ਭਇਓ ਚੌਮਾ ਪਾਸ। ਪਰ ਦਿਨਾਂ ਪ੍ਰਤੀ ਹਰ ਰੋਜ਼ ਇਹ ਜ਼ਖਮ ਜਿਹੜਾ ਸਿਰ ਦਾ ਵੱਧਦਾ ਜਾਂਦਾ ਹੈ, ਲੇਕਿਨ ਇਹਦੇ ਅੰਦਰ ਪ੍ਰੇਮ ਹੋਰ ਵੱਧਦਾ ਹੈ। ਧਰੈ ਭਾਵ ਸਿਰ ਘਾਵ ਵਿਸਾਲਾ। ਬੜਾ ਵੱਡਾ ਜ਼ਖਮ ਹੋ ਗਿਆ ਇਹਦੇ ਸਿਰ ਦੇ ਵਿੱਚ ਸੇਵਾ ਪ੍ਰੇਮ ਨਾਲ ਕਰਦਿਆਂ। ਮਖ ਕਾ ਕਾਟਤ ਹੈ ਸਭ ਕਾਲਾ। ਕਹਿੰਦੇ ਮੱਖੀਆਂ ਕਈ ਵਾਰ ਇਹਦੇ ਸਿਰ ਦੇ ਉੱਪਰ ਭਿਣਕਦੀਆਂ, ਕੱਟਦੀਆਂ, ਜ਼ਖਮ ਹੋਰ ਵਧਾਉਂਦੀਆਂ ਹਨ। ਨਹੀਂ ਘਾਵ ਕੀ ਪੀਰ ਵਿਚਾਰੈ। ਇਹ ਜ਼ਖਮ ਦੀ ਕੋਈ ਪੀੜ ਨਹੀਂ ਵਿਚਾਰਦਾ, ਕੋਈ ਦਰਦ ਜਿਹੜੀ ਹੈ ਭਾਵੇਂ ਹੁੰਦੀ ਹੈ ਪਰ ਉਹਦੇ ਵੱਲ ਖਿਆਲ ਨਹੀਂ ਕਰਦਾ। ਤਿਸੀ ਰੀਤ ਗਾਗਰ ਸਿਰ ਧਾਰੈ। ਇਸੇ ਤਰ੍ਹਾਂ ਆਪਣੇ ਸਿਰ ਦੇ ਉੱਪਰ ਗਾਗਰ ਫੇਰ ਰੱਖ ਲੈਂਦਾ ਹੈ। ਜਲ ਕੀ ਤੋਟ ਹੋਣ ਨਹਿ ਦੇਈ। ਡੇਰੇ ਵਿੱਚ ਜਲ ਦੀ
ਕੋਈ ਤੋਟ ਘਾਟਾ ਆਦਿਕ ਨਹੀਂ ਹੋਣ ਦਿੰਦਾ। ਸਭ ਡੇਰੇ ਇਸ਼ਨਾਨ ਕਰੇ, ਡੇਰੇ ਦੇ ਸਿੱਖ ਸੇਵਕ ਸਭ ਤਰ੍ਹਾਂ ਕਰਕੇ ਇਸ਼ਨਾਨ ਆਦਿਕ ਕਰਦੇ ਹਨ। ਬਹੁਤ ਨਰਨ ਕੋ ਲੰਗਰ ਹੋਵੇ, ਬਹੁਤ ਸਾਰੇ ਜੀਵਾਂ ਦਾ, ਨਰਾਂ ਦਾ, ਮਨੁੱਖਾਂ ਦਾ ਉੱਥੇ ਲੰਗਰ ਵੱਡੀ ਤਗਾਦ ਵਿੱਚ ਬਣਦਾ ਹੈ। ਤਿਸ ਹਿਤ ਬਹੁਤ ਆਨ ਜਲ ਢੋਵੇ, ਉਸ ਲੰਗਰ ਵਾਸਤੇ ਵੀ ਬਹੁਤ ਸਾਰਾ ਜਲ ਢੋਂਦਾ ਹੈ, ਲਿਆਉਂਦਾ ਹੈ। ਸਰਬ ਪ੍ਰਕਾਰ ਚਾਹੀਏ ਪਾਣੀ, ਕਿਉਂਕਿ ਸਭ ਤਰ੍ਹਾਂ ਕਰਕੇ ਡੇਰੇ ਵਿੱਚ ਪਾਣੀ ਚਾਹੀਦਾ, ਜਲ ਚਾਹੀਦਾ ਹੈ। ਬਿਨ ਆਲਸ ਜਲ ਸੇਵਾ ਠਾਨੀ, ਬਿਨਾਂ ਆਲਸ ਤੋਂ, ਉਨੀਂਦਰੇ ਤੋਂ, ਸੋ ਨੀਂਦਰਾ ਕੱਟ ਕੇ ਨੀਂਦਰ ਨੂੰ ਵੀ ਦੂਰ ਕਰਕੇ ਇਹ ਸੇਵਾ ਕਰਨ ਵਿੱਚ ਪ੍ਰੇਮ ਲਾਇਆ ਹੈ। ਕਿਤਕ ਦਿਵਸ ਬੀਤੇ ਇਸ ਭਾਂਤ, ਕਿੰਨੇ ਕੁ ਦਿਨ ਸੇਵਾ ਕਰਦਿਆਂ ਇਤਿਹਾਸ ਵਿੱਚ ਮਹੀਨਿਆਂ ਦਾ ਲਿਖਿਆ ਹੈ। ਕੁਝ ਮਹੀਨੇ ਸੇਵਾ ਕਰਦਿਆਂ ਇਸ ਤਰ੍ਹਾਂ ਬਤੀਤ ਹੋਏ। ਪਰੇ ਕਿਰਮ ਤਹਿ ਕਟ ਕਟ ਖਾਤ, ਸਿਰ ਵਿੱਚ ਕੀੜੇ ਪੈ ਗਏ, ਕਿਉਂਕਿ ਜ਼ਖਮ ਜਦੋਂ ਵੱਡਾ ਹੋ ਜਾਵੇ ਤਾਂ ਨਿੱਕੇ ਨਿੱਕੇ ਕਿਰਮ ਕਈ ਵਾਰ ਜ਼ਖਮ ਦੇ ਵਿੱਚ ਪੈ ਜਾਂਦੇ ਨੇ। ਉਹ ਵੀ ਕੱਟ ਕੱਟ ਕੇ ਮਾਸ ਇਹਦਾ ਖਾ ਰਹੇ ਨੇ। ਕਿਸ ਕੇ ਸੰਗ ਨ ਕਬਹੂ ਕਹਿ, ਕਿਸੇ ਦੇ ਨਾਲ ਵੀ ਆਪਣੇ ਸਿਰ ਦੀ ਹਾਲਤ ਦੀ ਦਰਦ ਜਾਂ ਉਸ ਜ਼ਖਮ ਬਾਰੇ ਕੁਝ ਵੀ ਨਹੀਂ ਕਹਿੰਦਾ, ਕਿਸੇ ਨੂੰ ਵੀ ਆਪਣਾ ਦੁੱਖ ਨਹੀਂ ਦੱਸਦਾ। ਤੂਸ਼ਨ ਕਰੇ ਕਸ਼ਟ ਕੋ ਸਹਿ, ਚੁੱਪ ਹੀ ਰਹਿੰਦਾ ਹੈ। ਅੰਦਰ ਧਿਆਨ ਹੈ ਮਹਾਰਾਜ ਜੀ ਦਾ, ਬਾਣੀ ਪੜ੍ਹਦਾ, ਨਾਮ ਜਪਦਾ ਰਹਿੰਦਾ, ਕਸ਼ਟ ਨੂੰ ਆਪ ਹੀ ਸਹਾਰਦਾ ਹੈ। ਜਲ ਢੋਵਤ ਸਿਰ ਚਾਂਦੀ ਪਰੀ, ਜਲ ਢੋਂਦਿਆਂ ਢੋਂਦਿਆਂ ਗੰਜ ਪੈ ਗਿਆ, ਸਿਰ ਦੇ ਵਿੱਚ ਚਾਂਦੀ ਪੈ ਗਈ, ਜ਼ਖਮ ਹੋ ਗਿਆ, ਲਾਗਾ ਲੱਗ ਗਿਆ। ਤੋ ਇਸ ਤਰ੍ਹਾਂ ਸਿਰ ਦੀ ਹਾਲਤ ਬਣ ਗਈ। ਨਹਿ ਸਰੀਰ ਕੀ ਸੁਧ ਕਿਮ ਕਰੀ, ਕਿਸੇ ਤਰ੍ਹਾਂ ਵੀ ਆਪਣੇ ਸਰੀਰ ਦੀ ਕੋਈ ਖਬਰ ਨਹੀਂ ਸਾਧ ਸੰਗਤ ਜੀ ਕੀਤੀ ਕਿ ਇਹ ਜ਼ਖਮ ਨੂੰ ਠੀਕ ਕਰ ਲਵਾਂ, ਕੋਈ ਮਲਮ ਲਾ ਲਵਾਂ, ਕੋਈ ਤੇਲ ਆਦਿਕ ਲਾ ਲਵਾਂ। ਇਕ ਸੇਵਾ ਕੇ ਤਤ ਪਰ ਹੋਇਓ, ਇੱਕ ਗੁਰੂ ਕੀ ਸੇਵਾ ਦੇ ਵਿੱਚ ਹੀ ਤਿਆਰ ਬਰ ਤਿਆਰ ਹਰ ਵੇਲੇ ਖਿਆਲ ਸੇਵਾ ਦਾ ਹੀ ਰਹਿੰਦਾ ਹੈ। ਪੂਰਬ ਕੇ ਸਮ ਹੀ ਜਲ ਢੋਇਓ, ਪੂਰਬ ਜਿਵੇਂ ਪਹਿਲੇ ਸੇਵਕ ਹੋਏ ਨੇ ਮਹਾਰਾਜ ਤੀਜੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬੜੀ ਭਾਰੀ ਸੇਵਾ ਕੀਤੀ। ਤੋ ਬਿਰਧ ਅਵਸਥਾ ਦੇ ਵਿੱਚ ਵੀ ਸਾਧ ਸੰਗਤ ਜੀ ਗਾਗਰ ਜਲ ਦੀ ਅੱਧੀ ਰਾਤ ਲੈ ਕੇ ਤੁਰ ਪੈਂਦੇ ਸਨ ਮਹਾਰਾਜ ਜੀ ਬਿਆਸ ਵੱਲ। ਤੋ ਇਸ ਤਰ੍ਹਾਂ ਪਹਿਲਾਂ ਦੇ ਵਾਂਗ ਹੀ ਸੇਵਾ ਕਰਦਾ ਹੈ, ਸੇਵਾ ਵਿੱਚ ਆਲਸ ਨਹੀਂ ਆਉਣ ਦਿੱਤੀ। ਕਟ ਕਟ ਕਿਰਮ ਖਾਤ ਹੈ ਮਾਸ, ਇਹਦਾ ਮਾਸ ਖਾ ਰਹੇ ਨੇ ਕੱਟ ਕੱਟ ਕੇ ਉਹ ਜਿਹੜੇ ਨਿੱਕੇ ਨਿੱਕੇ ਕੀੜੇ ਪਏ ਹੋਏ ਹਨ। ਉਪਰ ਭਾਰ ਧਰਤ ਹੈ ਰਾਸ, ਉੱਪਰ ਬੜਾ ਵੱਡਾ ਭਾਰ ਜਲ ਦੀ ਗਾਗਰ ਦਾ ਫਿਰ ਰੱਖ ਲੈਂਦਾ ਹੈ ਸਿਰ ਤੇ। ਇਨੂੰ ਗਾਗਰ ਤਰੇ ਟਿਕਾਵਤ, ਇਨੂੰ ਬਣਾ ਕੇ ਕੱਪੜੇ ਦਾ ਜਾਂ ਕਈ ਵਾਰ ਪਰਾਲੀ ਘਾਹ ਦਾ, ਕਈ ਇਮੂ ਬਣਾ ਕੇ, ਪਹਿਲਾਂ ਬਿੰਨੂ ਵੀ ਕਹਿ ਦਿੱਤਾ ਜਾਂਦਾ, ਇਨੂੰ ਵੀ ਕਹਿ ਦਿੱਤਾ ਜਾਂਦਾ। ਇਹ ਵੱਖੋ ਵੱਖਰੇ ਇਲਾਕੇ ਦੀਆਂ ਬੋਲੀਆਂ ਨੇ। ਗੋਲ ਜਿਹਾ ਬਣਾ ਕੇ ਕੱਪੜੇ ਦਾ ਉਹ ਗਾਗਰ ਦੇ ਹੇਠਾਂ ਰੱਖਣਾ ਸਿਰ ਦੇ ਉੱਪਰ। ਤੋ ਇਸ ਤਰ੍ਹਾਂ ਰੱਖ ਕੇ ਆਪਣੇ ਸਿਰ ਦੇ ਉੱਪਰ ਇਨੂੰ ਨੂੰ ਸੋ ਚੁਬ ਚੁਬ ਕਰ ਘਾਵ ਵਧਾਵਤ, ਉਹ ਇਹਨੂੰ ਹੋਰ ਚੁੱਭਦਾ ਵਿੱਚ ਸਿਰ ਦੇ ਵਿੱਚ ਹੋਰ ਜ਼ਖਮ ਕਰਦਾ ਹੈ। ਵਧਿਓ ਰਹਿ ਇਹਨੂੰ ਸਿਰ ਨੀਤ, ਇਸ ਤਰ੍ਹਾਂ ਸਾਧ ਸੰਗਤ ਜੀ ਇਹ ਬਿੰਨੂ ਜਿਹੜਾ ਹੈ ਇਹ ਸਿਰ ਦੇ ਉੱਪਰ ਨਿਤ ਹੀ ਰੱਸੀ ਦੇ ਨਾਲ ਬੰਨ੍ਹ ਕੇ ਰੱਖਿਆ ਹੈ। ਕਬ ਖੋਲੈ ਦ੍ਰਿੜ ਬੰਧਨ ਰੀਤ, ਕਦੇ ਕਦੇ ਹੀ ਜਦੋਂ ਕੰਗਾ ਕਰਦੇ ਨੇ ਬਿੰਨੂ ਨੂੰ ਖੋਲਦੇ ਨੇ, ਨਹੀਂ ਤਾਂ ਦ੍ਰਿੜ ਪੱਕਾ ਕਰਕੇ ਰੱਸੀ ਦੇ ਨਾਲ ਇਹ ਇਹਨੂੰ ਬੱਧਾ ਹੋਇਆ ਹੈ। ਇੱਕ ਦਿਨ ਸਿਰ ਤੇ ਜਬੈ ਉਤਾਰਿਓ, ਇੱਕ ਦਿਨ ਉਹ ਬਿੰਨੂ ਜਿਹੜਾ ਸੀ ਸਿਰ ਦੇ ਉੱਪਰ ਬਸਤਰ ਸੀ ਉਹ ਉਤਾਰਿਆ ਭਾਈ ਮੀਹੇ ਨੇ। ਖੋਲ ਰਜੂ ਤੇ ਕਰ ਮੈਂ ਧਾਰਿਓ, ਰੱਸੀ ਨੂੰ ਖੋਲਿਆ, ਖੋਲ ਕੇ ਸਿਰ ਦੇ ਉੱਪਰੋਂ ਬਿੰਨੂ ਨੂੰ ਆਪਣੇ ਹੱਥ ਵਿੱਚ ਰੱਖਿਆ ਹੈ।
ਤਿਸ ਕੇ ਸੰਗ ਕਿਰਮ ਕੁਛ ਆਏ। ਉਸ ਬਿੰਨੂ ਦੇ ਨਾਲ ਹੀ ਸਿਰ ਦੇ ਵਿੱਚੋਂ ਕੁਝ ਕੀੜੇ ਜਿਹੜੇ ਸਨ ਸਿਰ ਵਿੱਚ ਪਏ ਹੋਏ ਉਹ ਵੀ ਨਾਲ ਹੀ ਆ ਗਏ। ਦੇਖਤ ਗਿਰੇ ਅਵਨੀ ਪਰ ਜਾਏ। ਸਭਨਾ ਦੇ ਦੇਖਦਿਆਂ ਉਹ ਧਰਤੀ ਤੇ ਕਿਰਮ ਕੀੜੇ ਡਿੱਗੇ ਹਨ। ਸਾਰਿਆਂ ਨੇ ਅਬਲਾਏ ਦੇਖੇ। ਮੇਹੇ ਕੀਨਸ ਹਿਰਦੈ ਵਿਚਾਰ। ਭਾਈ ਮੀਹੇ ਨੇ ਵੀ ਉਹ ਕੀੜੇ ਧਰਤੀ ਤੇ ਡਿੱਗੇ ਦੇਖੇ ਤੇ ਵਿਚਾਰਿਆ ਹਿਰਦੇ ਵਿੱਚ। ਗਿਰੇ ਇਹਾਂ ਮਰ ਹੈ ਬਿਨ ਬਾਰ। ਕਹਿੰਦੇ ਇੱਥੇ ਡਿੱਗੇ ਰਹਿਣਗੇ, ਬਿਨਾਂ ਦੇਰੀ ਤੋਂ ਮਰ ਜਾਣਗੇ ਜੇ ਧਰਤੀ ਤੇ ਡਿੱਗੇ ਰਹੇ। ਮਾਸ ਕਹਾਂ ਤੇ ਭਖੈ ਏਹੀ। ਭੁੱਖੇ ਰਹਿਣਗੇ, ਕਿੱਥੋਂ ਮਾਸ ਖਾਣਗੇ ਇਹ ਧਰਤੀ ਤੇ। ਮਰੈ ਤੁਰਤ ਪੈਰ ਜੋ ਧਰ ਦੇਹੀ। ਜੇ ਕੋਈ ਪੈਰ ਧਰ ਗਿਆ, ਇੱਥੇ ਪੈਰ ਰੱਖ ਦਿੱਤਾ ਤਾਂ ਭਾਰ ਦੇ ਨਾਲ, ਪੈਰਾਂ ਦੇ ਭਾਰ ਨਾਲ ਮਰ ਜਾਣਗੇ ਝੱਟ ਹੀ। ਇਤਕ ਇਨਕੇ ਜੀਵਨ ਕੇਰ ਉਪਾਏ। ਇਹਨਾਂ ਦੇ ਜੀਵਨ ਦਾ ਜਿਹੜਾ ਉਪਾਅ ਹੈ ਉਹ ਮੈਨੂੰ ਕਰਨਾ ਚਾਹੀਦਾ ਹੈ। ਮਮ ਸਿਰ ਬਿਨਾ ਨ ਜਾਣੇ ਜਾਏ। ਇਹਨਾਂ ਦਾ ਜੀਵਨ ਮੇਰੇ ਸਿਰ ਦੇ ਵਿੱਚ ਹੀ ਹੈ, ਕਿਉਂਕਿ ਇਹਨਾਂ ਦੀ ਰੋਜੀ, ਇਹਨਾਂ ਦਾ ਮਾਸ ਮੇਰੇ ਸਿਰ ਵਿੱਚ ਹੈ, ਨਹੀਂ ਜਾਣਿਆ ਜਾਂਦਾ ਹੋਰ ਕਿਤੇ। ਦਇਆ ਧਾਰ ਸੋਲੀਏ ਉਠਾਏ। ਦਇਆ ਧਾਰ ਕਰਕੇ ਨਾ, ਤਰਸ ਕਰਕੇ ਉਹ ਜਿਹੜੇ ਕੀੜੇ ਸਨ ਉਠਾ ਲਏ ਧਰਤੀ ਤੋਂ। ਜਹ ਤੇ ਗਿਰੇ ਦਏ ਤਹਿ ਪਾਏ। ਕਹਿੰਦੇ ਜਿੱਥੋਂ ਉਹ ਡਿੱਗੇ ਸਨ ਸਿਰ ਦੇ ਵਿੱਚੋਂ, ਜ਼ਖਮ ਦੇ ਵਿੱਚੋਂ, ਉੱਥੇ ਹੀ ਰੱਖ ਦਿੱਤੇ ਚੁੱਕ ਕੇ। ਇਸ ਥਲ ਪਾਲਨ ਹੋਏ ਇਨ ਕੀਰਾ। ਇਹਨਾਂ ਦੀ ਜਿਹੜੀ ਪਾਲਣਾ ਹੈ ਨਾ, ਇਸ ਜ਼ਖਮ ਦੇ ਵਿੱਚ, ਇਸ ਜਗ੍ਹਾ ਤੇ ਹੀ ਹੋ ਸਕਦੀ ਹੈ। ਭਖਿਅਨ ਕਰੈ ਮਾਸ ਸਿਰ ਮੇਰਾ। ਇਸ ਤਰ੍ਹਾਂ ਕਹਿ ਰਹੇ ਵਿਚਾਰਿਆ ਹੈ ਕਿ ਮੇਰੇ ਸਿਰ ਦਾ ਮਾਸ ਖਾ ਕੇ ਆਪਣੀ ਰੋਜੀ ਨੂੰ ਇਹ ਕਰਨਗੇ, ਆਪਣੀ ਭੁੱਖ ਦੂਰ ਕਰਨਗੇ। ਮਾਤ ਨਾਨਕੀ ਨੇ ਤਿਸ ਦੇਖਾ। ਮਾਤਾ ਨਾਨਕੀ ਜੀ ਨੇ ਇਹ ਸਾਰਾ ਦ੍ਰਿਸ਼ ਦੇਖਿਆ, ਜੋ ਕੁਝ ਵੀ ਭਾਈ ਮੀਹੇ ਨੇ ਕੀਤਾ ਹੈ। ਹਿਰਦੇ ਉਪਾਈ ਦਇਆ ਵਿਸ਼ੇਖਾ। ਕਿ ਬੜੀ ਭਾਰੀ ਦਇਆ ਇਹਦੇ ਹਿਰਦੇ ਵਿੱਚ ਭਰੀ ਹੋਈ ਹੈ। ਮਾਤਾ ਨਾਨਕੀ ਜੀ ਦੇ ਅੰਦਰ ਵੀ ਤਰਸ ਆਇਆ, ਦਇਆ ਆਈ ਭਾਰੀ। ਕਹਿਣ ਲੱਗੀ ਸੁਨ ਮੇਰੇ ਭਾਈ। ਕਹਿਣ ਲੱਗੀ ਹੈ ਮੇਰੇ ਭਰਾ, ਇਹ ਜੋ ਤੂੰ ਕੀਤਾ ਹੈ। ਮਾਤਾ ਨਾਨਕੀ ਜੀ ਕਹਿ ਰਹੇ ਨੇ, ਆਦਿਕ ਪ੍ਰੇਮ ਤੇ ਸੇਵ ਕਮਾਈ। ਬੜੀ ਭਾਰੀ ਪ੍ਰੇਮ ਵਿੱਚ ਰੰਗ ਕੇ ਮਨ ਨੂੰ ਸੇਵਾ ਕੀਤੀ ਗੁਰੂ ਕੀ। ਸ਼੍ਰੀ ਗੁਰ ਕੇ ਗ੍ਰਹਿ ਕਾਲੀ ਕਾਲ। ਇਹ ਬੜੀ ਵੱਡੀ ਕਾਲ ਜਿਹੜੀ ਹੈ ਸਤਿਗੁਰੂ ਸਾਹਿਬ ਦੇ ਘਰ ਵਿੱਚ ਤੂੰ ਕਮਾਈ ਹੈ। ਹੋਏ ਕੈ ਕਸ਼ਟ ਬਿਹੀਨ ਨਿਹਾਲ। ਕਹਿੰਦੇ ਬਿਨਾਂ ਕਸ਼ਟ ਤੋਂ ਆਪਣਾ ਮਨ ਰੱਖਿਆ ਹੈ। ਕਸ਼ਟ ਦੇ ਹੁੰਦਿਆਂ ਹੋਇਆਂ ਵੀ ਤੂੰ ਦਰਦ ਨੂੰ ਨਹੀਂ ਮਨ ਵਿੱਚ ਲਿਆਂਦਾ, ਦੁੱਖ ਨੂੰ। ਸਿਰ ਪਰ ਕੀਰੇ ਪਰੇ ਨ ਜਾਣੇ। ਇਹ ਸਿਰ ਦੇ ਉੱਪਰ ਤੁਹਾਡੇ ਬਹੁਤ ਸਾਰੇ ਕੀੜੇ ਪਏ ਹੋਏ ਜਿਹੜੇ ਨੇ, ਇਹਨਾਂ ਨੂੰ ਵੀ ਨਹੀਂ ਜਾਣਿਆ ਤੁਸੀਂ ਕਿ ਇਹਨਾਂ ਨੂੰ ਕੱਢ ਕੇ ਸਿਰ ਦਾ ਜ਼ਖਮ ਠੀਕ ਕਰ ਲਈਏ। ਤਿਸੀ ਰੀਤ ਗੁਰ ਸੇਵਾ ਠਾਨੇ। ਇਸੇ ਪ੍ਰਕਾਰ ਸਤਿਗੁਰਾਂ ਦੀ ਸੇਵਾ ਦੇ ਵਿੱਚ ਤੁਸੀਂ ਲੱਗੇ ਰਹੇ ਹੋ ਰਾਤ ਦਿਨ। ਤੋਂ ਭਾਈ ਮੀਹਾ ਜੀ ਨੂੰ ਮਾਤਾ ਨਾਨਕੀ ਜੀ ਨੇ ਇਸ ਤਰ੍ਹਾਂ ਬਚਨ ਕੀਤੇ ਨੇ। ਅੱਗੇ ਜਿਵੇਂ ਮਹਾਰਾਜ ਇਸ ਗੁਰਸਿੱਖ ਦੀ ਸੇਵਾ ਤੇ ਪ੍ਰਸੰਨ ਹੋ ਕੇ ਵਰ ਦੇਣਗੇ, ਉਹ ਆਪਾਂ ਕੱਲ ਨੂੰ ਪ੍ਰਸੰਗ ਸਰਵਣ ਕਰਾਂਗੇ। ਮਹਾਰਾਜ ਸਾਹਿਬ ਕਿਰਪਾ ਕਰਨ, ਸਭ ਦੀ ਹਾਜ਼ਰੀ ਥਾਈ ਪਾਵਨ, ਸਭ ਦਾ ਪੜਿਆ ਸੁਣਿਆ ਸਫਲ ਹੋਵੇ। ਵਿਗਣਾ ਦਾ ਹੋਵੇ ਨਾਸ, ਕਾਰਜ ਹੋਮਨ ਰਾਸ। ਨਾਮ ਦਾ ਰੰਗ, ਸਾਧ ਦਾ ਸੰਗ, ਨਿਸ਼ਚਾ ਹੋਵੇ ਭੰਗ, ਸਤਿਗੁਰੂ ਦਾ ਅੰਗ। ਆਪਾਂ ਸਭਨਾਂ ਨੂੰ ਹੀ ਪ੍ਰਾਪਤ ਹੁੰਦਾ ਰਹੇ। ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਦੇਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰ ਦੇਣੀ ਜੀ। ਹਉ ਕਿਆ ਸਾ ਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ। ਸ਼੍ਰੀ ਗੁਰ ਕੇ ਗ੍ਰਹਿ ਕਾਲੀ ਕਾਲ। ਹੋਏ ਕੈ ਕਸ਼ਟ ਬਿਹੀਨ ਨਿਹਾਲ।
ਸਿਰ ਪਰ ਕੀਰੇ ਪਰੇ ਨ ਜਾਣੇ, ਤਿਸੀ ਰੀਤ ਗੁਰ ਸੇਵਾ ਠਾਨੇ। ਵਾਹਿਗੁਰੂ 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 ਵਾਹਿਗੁਰੂ। ਜੋ ਲਰੇ ਦੀਨ ਕੇ ਹੇਤ ਸੂਰਾ ਸੋਈ, ਸੂਰਾ ਸੋਈ। ਜੋ ਲਰੇ ਦੀਨ ਕੇ ਹੇਤ ਸੂਰਾ ਸੋਈ, ਸੂਰਾ ਸੋਈ। ਜੋ ਲਰੇ ਦੀਨ ਕੇ ਹੇਤ ਸੂਰਾ ਸੋਈ, ਸੂਰਾ ਸੋਈ। ਜੋ ਲਰੇ ਦੀਨ ਕੇ ਹੇਤ ਸੂਰਾ ਸੋਈ, ਸੂਰਾ ਸੋਈ। ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ। ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ। ਜੋ ਲਰੈ ਦੀਨ ਕੇ ਹੇਤ ਸੂਰਾ ਸੋਈ, ਸੂਰਾ ਸੋਈ। ਜੋ ਲਰੈ ਦੀਨ ਕੇ ਹੇਤ ਸੂਰਾ ਸੋਈ, ਸੂਰਾ ਸੋਈ। ਜੋ ਲਰੈ ਦੀਨ ਕੇ ਹੇਤ ਸੂਰਾ ਸੋਈ, ਸੂਰਾ ਸੋਈ। ਜੋ ਲਰੈ ਦੀਨ ਕੇ ਹੇਤ ਸੂਰਾ ਸੋਈ, ਸੂਰਾ ਸੋਈ। हे अच्युत हे पार ब्रह्म अविनाशी अगनाश। हे पूरन हे सर्व मैं दुख भंजन गुण तास। हे संगी हे निरंकार हे निर्गुण सब टेक। हे गोविंद हे गुण निधान जाकै सदा विवेक। हे अपरंपर हर हरे है पी होवनहार। हे संतः कै सदा संग निधार। आधार हे ठाकुर हौ दास रो। निर्गुण गुण नहीं कोई। नानक दीजै नाम दान राखों हिय परोई। आए प्रभ शरणागति कृपा निध दयाल। एक अखर हर मन वस्त नानक होत निहाल। वाहिगुरु नाम जहाज है चढ़े सोतर। पार जो सरदा कर सेम दे गुर पार उतार नहार। जो सरदा कर सेम दे गुर पार उतारन हार। वाहिगुरु जी का खालसा वाहिगुरु जी की फतेह।